ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਦੋ ਸੀਨੀਅਰ ਜਰਨਲਿਸਟ ਅਰਜੀਤ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਰਨ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਫਿਲਮ ਦਾ ਡਾਇਲੌਗ ਆ, ਫੇਰ ਕਹਿਣਾ ਬੂਟਾ ਗਾਲਾਂ ਕੱਢਦਾ। ਜੇ ਖਬਰ ਆਊਗੀ ਰਿਪੋਰਟ ਨਹੀਂ ਕਰਾਂਗੇ, ਹੋਰ ਕਰਾਂਗੇ ਕੀ। ਦੋ ਸੱਤਾਧਾਰੀ ਧਿਰਾਂ ਜੇ ਸੇਮ ਪੇਜ ਤੇ ਹੋਣ ਤੇ ਉਸ ਤੋਂ ਬਾਅਦ ਫੋਰਸਸ ਪੰਜਾਬ ਵੱਲ ਕੂਚ ਕਰਨਾ ਸ਼ੁਰੂ ਕਰ ਦੇਣ, ਕਿਸੇ ਵੱਡੇ ਐਕਸ਼ਨ ਦੀ ਤਿਆਰੀ ਹੈ। ਰੱਬ ਖੈਰ ਹੀ ਕਰੇ, ਸੌਖੀ ਰਵੇ। ਪਰ ਉਂਝ ਵੈਸੇ ਪਤਾ ਲੱਗਿਆ ਕਿ ਜਿਹੜੀ ਪ੍ਰੈਸ ਕੋਲ ਖਬਰ ਹੈ ਕਿ ਬਹੁਤ ਖੁਸ਼ਗਵਾਰ ਮਾਹੌਲ ਦੇ ਵਿੱਚ ਗੱਲਬਾਤ ਹੋਈ, ਜੇ ਕੋਈ ਪੁਸ਼ਟੀ ਕਰੇ ਜਾਂ ਨਾ ਕਰੇ, ਇਸ ਗੱਲ ਦੀ ਕੰਸੋਲ ਮਿਲ ਜੇ ਕਿ ਅੰਦਰ ਪਾਰਾ ਚੜਿਆ ਹੋਇਆ ਸੀ, ਉੱਪਰਲੀ ਸੱਤਾ ਥੱਲੇ ਦੀ ਸੱਤਾ ਤੇ ਚੜੀ ਹੋਈ ਸੀ। ਅੱਗੇ ਜਾ ਕੇ ਗੱਲਾਂ ਤਾਂ ਕਰਨੀਆਂ ਬਣਦੀਆਂ। ਪਰ ਦੂਜਾ ਮਾਮਲਾ, ਵਿਆਹ 'ਚ ਬੀ ਦਾ ਲੇਖਾ ਸਾਡੇ ਆਮ ਵਰਤ ਲਿਆ ਜਾਂਦਾ, ਮੁਹਾਵਰਾ ਹੀ ਆ, ਹੋਰ ਹੈ ਕੀ ਆ ਦੱਸੋ। ਪੰਜਾਬੀ ਇਹੋ ਜਿਹੀ ਜੁਗਾੜ ਤਾਂ ਕਰਦੇ ਰਹਿੰਦੇ ਆ ਵੀ ਕੋਈ ਇਧਰੋਂ ਸ਼ਬਦ ਇੱਧਰ ਜੋੜ ਲਓ ਤੇ ਕਿਸੇ ਹੋਰ ਭਾਸ਼ਾ 'ਚੋਂ ਭਾਵੇਂ ਇੰਪੋਰਟ ਕਰ ਲਓ। ਖੈਰ, ਮੈਂ ਗੱਲ ਜਿਹੜੀ ਕਰਨ ਲੱਗਿਆ ਸੀ ਉਹ ਹੈਗੀ ਆ ਐਕਸਾਈਜ਼ ਪਾਲਿਸੀ ਨਾਲ ਲੈ ਕੇ, ਤੇ ਮਾਮਲਾ ਦਿੱਲੀ ਦਾ। ਜੇ ਕੋਈ ਢੱਲ ਸਾਹਿਬ ਫੜ ਲਏ ਜਾਂਦੇ ਆ ਕੱਲ ਦੇ, ਤੇ ਪੰਜਾਬ ਦੇ ਵਿੱਚ ਉਹਦੀ ਚਰਚਾ ਕਿਉਂ ਛਿੜੇ? ਥੋੜਾ ਕੰਬਾ ਜਿਹਾ ਛਿੜਦਾ, ਚਰਚਾ ਦੀ ਤੇ ਗੱਲ ਨਹੀਂ। ਕੀ ਬ੍ਰਿੰਡਕੋ ਦਾ ਪੰਜਾਬ ਨਾਲ ਕੋਈ ਲੈਣ ਦੇਣ ਹੈ? ਇਹਦੇ ਕਨੈਕਸ਼ਨ ਇੱਥੇ ਵਿਆਹ 'ਚ ਵੀ ਦਾ ਲੇਖਾ ਮੈਂ ਤਾਂ ਕਹਿ ਰਿਹਾ ਵੀ ਸਾਡਾ ਸੈਸ਼ਨ ਸ਼ੁਰੂ ਹੋ ਗਿਆ ਅੱਜ, ਕਿਤੇ ਚੱਲਦੇ ਸੈਸ਼ਨ 'ਚ ਕੋਈ ਸਿਆਪਾ ਨਾ ਖੜਾ ਹੋ ਜੇ। ਉਹ ਸਾਡੇ ਪੰਜਾਬ ਵੱਲੋਂ ਕੋਈ ਬੰਦਾ ਚੱਕਿਆ ਗਿਆ, ਸਾਡੀਆਂ ਖਬਰਾਂ ਵੱਡੀਆਂ ਹੋ ਜਾਂਦੀਆਂ। ਮੈਂ ਕਹਿੰਦਾ ਇਹ ਤੇ ਬਚਿਆ ਹੀ ਜਾਵੇ, ਚੰਗਾ। ਉਂਝ ਇੰਦਰਪ੍ਰੀਤ ਜੀ ਨੇ ਕੱਲ ਇੱਕ ਵੱਡੇ ਅਧਿਕਾਰੀ ਨਾਲ ਜਿਹੜੇ ਐਕਸਾਈਜ਼ ਨਾਲ ਜੁੜੇ ਰਹੇ, ਪਾਲਿਸੀ ਬਣਾਉਣ ਦੇ ਵਿੱਚ ਵੀ ਉਹਨਾਂ ਦਾ ਕਾਫੀ ਯੋਗਦਾਨ ਰਿਹਾ। ਉਹਨਾਂ ਕੋਲ 2 ਵਾਰੀ ਚਾਹ ਪੀਤੀ ਘੱਟੋ ਘੱਟ, ਤੇ ਉਹ ਚਾਹ ਦੇ ਵਿੱਚ ਕੁਝ ਗਰਮ ਕੁਝ ਠੰਡਾ, ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਦੇ ਆ ਵੀ ਐਤਕੀ ਸ਼ਰਾਬ ਤੁਹਾਨੂੰ ਸਸਤੀ ਮਿਲਣ ਵਾਲੀ ਹੈ ਕਿ ਮਹਿੰਗੀ ਮਿਲਣ ਵਾਲੀ ਹੈ। ਤੀਜੀ ਖਬਰ ਸੈਸ਼ਨ ਦੀ ਹੈ ਹੀ ਆ, ਉਹਦੇ ਚ ਕੱਢਣ ਪਾਉਣ ਨੂੰ ਕੀ ਹੈ। ਗਵਰਨਰ ਸਾਹਿਬ ਆਉਣਗੇ, ਬੋਲ ਕੇ ਚਲੇ ਜਾਣਗੇ, ਮੁੜ ਕੇ ਸ਼ਰਧਾਂਜਲੀਆਂ ਦੇਣਗੇ, ਸਭਾ ਉੱਠ ਜਾਊਗੀ, ਪੱਤਰਕਾਰ ਆਪਣੇ ਆਪਣੇ ਦਫ਼ਤਰਾਂ 'ਚ ਜਾ ਕੇ ਖਬਰਾਂ ਲਿਖਣਗੇ ਤੇ ਗੱਲ ਖਤਮ। ਅਗਲੀ ਗੱਲ ਜਿਹੜੀ ਆ ਉਹ ਹੈਗੀ ਨਸ਼ਿਆਂ ਨਾਲ ਜੁੜਦੀ। ਇੱਕ NGO ਕੋਈ ਰਿਪੋਰਟ ਪੇਸ਼ ਕਰਦੀ ਹੈ ਕਿ ਇੱਥੇ ਤੁਸੀਂ ਅਫੀਮ ਭੁੱਕੀ ਸ਼ੁਰੂ ਕਰਾਓ। ਯਾਰ ਕਿਉਂ ਮਾਰੀ ਜਾਂਦੇ ਹੋ ਬੰਦੇ ਆਪਣੇ? ਇਹਦੇ ਤੇ ਗੱਲ ਚਲੋ ਜ਼ਿਆਦਾ ਕਰਨ ਵਾਲੀ ਤਾਂ ਹੈ ਨਹੀਂ, ਪਰ ਖੇਤੀ ਦੀ ਗੱਲ ਕਰਦਿਆਂ ਕਰਦਿਆਂ ਖੁਦਕੁਸ਼ੀਆਂ ਯਾਦ ਆਉਂਦੀਆਂ। ਤੇ ਫਿਰ ਇੱਥੇ ਕ੍ਰੌਪ ਇੰਸ਼ੋਰੈਂਸ ਦਾ ਜ਼ਿਕਰ ਜੇ ਆਵੇ ਤੇ ਉਹਦੇ ਉੱਤੇ ਥੋੜਾ ਜਿਹਾ ਬੰਦਾ ਅੱਖਾਂ ਖੋਲ ਕੇ ਦੇਖਦਾ ਕਿ ਕੀ ਮਰ ਗਈ ਫਸਲ ਜਾਂ ਹੋਏ ਨੁਕਸਾਨਾਂ ਦੀ ਪੂਰਤੀ ਕੋਈ ਸਕੀਮ ਕਰ ਸਕਦੀ। ਇਹ ਸਾਰੇ ਸਵਾਲ ਆਪਾਂ ਐਡਰੈਸ ਕਰਦੇ ਹਾਂ। ਇੱਕ ਜਿਹੜੀ ਖਬਰ ਕੇਂਦਰ ਤੋਂ ਤੁਰੀ ਆਉਂਦੀ ਸੀ ਗੱਲ, ਉਹ ਸੀਗੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਲੈ ਕੇ। ਸਰਕਾਰ ਕੀ ਸੁਪਰੀਮ ਕੋਰਟ ਦੇ ਇਸ ਆਦੇਸ਼ ਤੋਂ ਬਾਅਦ ਉਹਦੇ ਹੱਥ ਬੰਨੇਗੇ? ਕੀ ਹੁਣ ਵਿਰੋਧੀ ਧਿਰਾਂ ਦੇ ਹੱਥ ਪੱਲੇ ਕੁਝ ਪਿਆ? ਜੇ 3 ਬੰਦਿਆਂ ਚੋਂ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਆਗੂ ਔਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਵਿੱਚੋਂ 2 ਜਣੇ ਇੱਕ ਪਾਸੇ ਹੋ ਜਾਣਗੇ, ਮਤਲਬ ਜੇ ਰੱਬ ਕਰੇ ਵੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੇ ਵਿਰੋਧੀ ਧਿਰ ਦੇ ਆਗੂ ਅੜ ਗਏ, ਤੇ ਫਿਰ ਬੰਦਾ ਤਾਂ ਨਹੀਂ ਨਾ ਲੱਗਣ ਦੇਣਗੇ ਮਨਪਸੰਦ ਦਾ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਮੈਨੂੰ ਇਹ ਗੱਲ ਸਮਝਾਓ, ਆ ਜਿਹੜੀ ਕੱਲ ਮੀਟਿੰਗ ਹੋਈ ਹੈ, ਪਤਾ ਲੱਗਿਆ ਵੀ ਅਮਨ ਕਾਨੂੰਨ ਦੇ ਉੱਤੇ ਕਾਫੀ ਗੱਲ ਹੋਈ ਹੈ। ਅਮਿਤ ਸ਼ਾਹ ਕਾਫੀ ਖਫਾ ਸੀ, ਨਾਰਾਜ਼ ਸੀ, ਸੁਣਿਆ ਬੋਲੇ ਵੀ ਵਾਹ। ਬੋਲਦੇ ਹੋ ਵੈਸੇ ਢਰਮੇ ਨਾਲ, ਸਲੀਕੇ ਨਾਲ। ਉਹਨਾਂ ਦਾ ਚਿਹਰਾ, ਉਹਨਾਂ ਦਾ ਲਹਿਜਾ ਕਿਸੇ ਵੇਲੇ ਗੁੱਸੇ ਨੂੰ ਜ਼ਿਆਦਾ ਸ਼ੋਅ ਕਰਦਾ ਉਹਨਾਂ ਦੇ ਸ਼ਬਦਾਂ ਨਾਲੋਂ। ਇਹ ਜਿਹੜੀ ਅੰਦਰਲੀ ਰਿਪੋਰਟ ਹੋਈ ਆ, ਤੇ ਇਸ ਰਿਪੋਰਟ ਨੂੰ ਨਸ਼ਰ ਕਰ ਦਿਓ। ਫਿਰ ਇਸ਼ੂ ਤਾਂ ਕਈ ਦਿਨਾਂ ਤੋਂ ਹੀ ਚੱਲ ਹੀ ਰਿਹਾ ਹੈ, ਅਮਨ ਕਾਨੂੰਨ ਦੀ ਸਥਿਤੀ ਦਾ ਲੈ ਕੇ, ਔਰ ਵਿਰੋਧੀ ਧਿਰਾਂ ਜਿਵੇਂ ਹਮਲਾਵਰ ਹੋਈਆਂ ਪਈਆਂ ਨੇ। ਔਰ ਉਹ ਨਹੀਂ, ਇਸ ਤੋਂ ਇਲਾਵਾ ਗਵਰਨਰ ਸਾਹਿਬ ਵੀ ਜਿਹੜਾ ਹੈਗਾ ਉਹ ਵੀ ਇਸ ਤੇ ਚਿੰਤਾ ਜਤਾ ਚੁੱਕੇ, ਤੇ ਉਹ ਇੱਕ ਦਿਨ ਪਹਿਲਾਂ ਉਹ ਮਿਲੇ ਸੀ। ਕੱਲ ਜਦੋਂ CM ਸਾਹਿਬ ਗਏ ਸੀਗੇ, ਆਪਣੇ ਪੂਰਾ DGP, ਉਹਨਾਂ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ, ਹੋਰ ਸਾਰਿਆਂ ਨੂੰ ਲੈ ਕੇ, ਤਾਂ ਉੱਥੇ ਦੱਸਿਆ ਜਾ ਰਿਹਾ ਕਿ ਅਮਿਤ ਸ਼ਾਹ ਕਾਫੀ ਨਾਰਾਜ਼ ਸੀ। ਜਿਹੜੀਆਂ 2 ਘਟਨਾਵਾਂ ਇਹ ਹੋਈਆਂ, ਅਜਨਾਲੇ ਵਾਲੀ ਔਰ ਮੋਹਾਲੀ ਵਾਲੀ, ਇਹਨਾਂ 2 ਘਟਨਾਵਾਂ ਨੂੰ ਲੈ ਕੇ ਤਾਂ ਉਹ ਕਾਫੀ ਜ਼ਿਆਦਾ ਗੁੱਸੇ 'ਚ ਸੀ। ਤੇ ਉਹਨਾਂ ਨੇ ਪੁਲਿਸ ਦੇ DGP ਨੂੰ ਹੀ ਕਿਹਾ, ਦੇਖ, ਉਹ ਕਹਿੰਦੇ ਸੁਣਾਣਾ ਕਿਸੇ ਹੋਰ ਹੁੰਦਾ ਤੇ ਸੁਣਾ ਕਿਸੇ ਹੋਰ ਨੂੰ ਰਹੇ ਹੁੰਦੇ ਆ, ਤਾਂ ਉਹ ਵਾਲੀ ਕਹਾਵਤ ਨਾਲ ਉਹਨਾਂ ਨੇ ਸੁਣਾਇਆ ਤਾਂ DGP ਨੂੰ, ਕਹਿੰਦੇ ਰਹੇ DGP ਨੂੰ, ਲੇਕਿਨ ਸੁਣਾਇਆ CM ਸਾਹਿਬ ਨੂੰ ਕਿ ਇਹ ਤੁਸੀਂ ਕੀ ਕਰ ਰਹੇ ਹੋ, ਹਜੇ ਤੱਕ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੇ। ਤਾਂ ਉੱਥੇ ਫਿਰ ਉਹ ਆਪਣਾ ਸਮਝਾਉਣ ਲੱਗੇ ਉਹਨਾਂ ਨੂੰ ਕਿ ਬਾਬਾ ਜੀ ਦੀ ਭੀੜ ਅੱਗੇ ਸੀ ਜੀ, ਕੋਈ ਐਕਸ਼ਨ ਲੈਂਦੇ ਤਾਂ ਹੋਰ ਜ਼ਿਆਦਾ ਮਤਲਬ ਖਿਲਾਰਾ ਪੈ ਸਕਦਾ ਸੀਗਾ ਤੇ ਲੋਕਾਂ 'ਚ ਰੋਹ ਹੋਰ ਵੱਧ ਸਕਦਾ ਸੀ, ਇਸ ਕਰਕੇ ਥੋੜਾ ਜਿਹਾ ਅਸੀਂ ਠਰਮੇ ਨਾਲ ਕੰਮ ਲਿੱਤਾ। ਤਾਂ ਉਹਨਾਂ ਨੇ ਫਿਰ ਇਹ ਵੀ ਕਿਹਾ ਕਿ ਸਾਡੇ ਕੋਲ ਇੰਨੀ ਫੋਰਸ ਵੀ ਉੱਥੇ ਹੈ ਨਹੀਂ, ਹੈ ਨਾ, ਤਾਂ ਔਰ ਸਾਨੂੰ ਇਹ ਚਾਹੀਦੀ ਵੀ ਹੈਗੀਆਂ। ਉਹ ਸਾਰਾ ਗਣਾ ਗਏ ਕਿ ਅਸੀਂ ਸਾਡੇ ਹੱਥ ਕਿਉਂ ਬੰਨੇ ਹੋਏ ਆ। ਤਾਂ ਉਹਨਾਂ ਨੇ ਉਦੋਂ ਫਿਰ ਇਹ ਗੱਲ ਹੋਈ ਕਿ ਵੀ ਜੇ ਸੈਂਟਰ ਤੋਂ ਸਾਨੂੰ ਕੋਈ ਮਦਦ ਚਾਹੀਦੀ ਹੈ ਤਾਂ ਤੁਰੰਤ ਸਾਨੂੰ ਕਿਉਂ ਨਹੀਂ ਦੱਸਦੇ ਹੁੰਦੇ ਤੁਸੀਂ, ਤੇ ਅਸੀਂ ਉਹਦੇ ਲਈ ਤਿਆਰ ਹਾਂ ਮਦਦ ਕਰਨ ਵਾਸਤੇ। ਤੇ ਕੱਲ ਇਸੇ ਕਰਕੇ ਜਿਹੜੀਆਂ
ਅੱਜ ਅਖਬਾਰਾਂ 'ਚ ਛਪ ਰਹੀਆਂ ਖਬਰਾਂ, ਮੈਨੂੰ ਨਹੀਂ ਪਤਾ ਕਿ ਉਹ ਗਿਣਤੀ ਕਿੰਨੀ ਕੁ ਸਹੀ ਹੈ, ਕਿਉਂਕਿ ਕੋਈ ਅਖਬਾਰ 18 ਲਿਖੀ ਜਾ ਰਿਹਾ ਤੇ ਕੋਈ 50 ਲਿਖੀ ਜਾ ਰਿਹਾ, ਬਹੁਤ ਗੈਪ ਹੈ। ਤੇ ਇਹਦੇ ਬਾਰੇ ਕੋਈ ਫੈਸਲਾ ਵੀ ਹੋਇਆ ਕਿ ਨਹੀਂ ਹੋਇਆ, ਪਰ ਇਹ ਮੰਨ ਲਿਆ ਉੱਥੇ ਕਿ ਜਿਹੜੀ ਸੈਂਟਰਲ ਫੋਰਸਿਸ ਹੈਗੀਆਂ ਨੇ ਉਹਨਾਂ ਨੇ ਵਹੀਰਾਂ ਘੱਤੀਆਂ ਨੇ ਪੰਜਾਬ ਵੱਲ, ਕਿਉਂਕਿ ਅਗਲੇ ਜਿਹੜੇ 2 ਹਫ਼ਤੇ ਨੇ ਉਹ ਪੰਜਾਬ ਲਈ ਬੜੇ ਕ੍ਰੂਸ਼ਲ ਨੇ। ਇੱਕ ਤਾਂ ਹੋਲਾ ਮਹੱਲਾ ਆਣਾ ਹੈਗਾ, ਉਸ 'ਚ ਦੇਖੋ ਅੰਮ੍ਰਿਤਪਾਲ ਹੋਣਾ ਦਾ ਜਾਣਾ ਫਿਰ ਇੱਕ ਵਾਰੀ ਇਸ਼ਾਰਾ ਕਰ ਰਿਹਾ ਕਿ ਉੱਥੇ ਕੁਛ ਨਾ ਕੁਛ ਗੜਬੜ ਨਾ ਹੋ ਜੇ ਜਾਂ ਉਹ ਕੈਪਚਰ ਨਾ ਕਰ ਲੈਣ ਸਾਰਾ ਕੁਝ। ਇਸ ਤਰ੍ਹਾਂ ਦੀ ਆਸ਼ੰਕਾਵਾਂ ਨੇ ਜਿਹੜੀਆਂ ਸੁਰੱਖਿਆ ਏਜੰਸੀਆਂ ਹੁੰਦੀਆਂ ਨੇ ਉਹਨਾਂ ਨੂੰ, ਔਰ ਉਸ ਨੂੰ ਲੈ ਕੇ ਫਿਰ ਉਹਨਾਂ ਨਾਲ ਨਿਪਟਣਾ ਕਿਵੇਂ ਹੈ। ਤਾਂ ਮੈਨੂੰ ਲੱਗਦਾ ਕਿ ਫੋਰਸਿਸ ਇਹ ਲੱਗਣਗੀਆਂ ਉੱਥੇ। ਔਰ ਦੂਸਰਾ G20 ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਣੀ ਹੈ ਮੀਟਿੰਗ, ਉਹ ਵੀ ਬਹੁਤ ਇੰਪੋਰਟੈਂਟ ਹੈ ਸਟੇਟ ਵਾਸਤੇ। ਤੇ ਉਹਨਾਂ ਦੇ ਜਿਹੜੇ ਬਾਹਰੋਂ ਕੰਟਰੀਜ਼ ਦੇ ਇੰਨੇ ਬੰਦੇ ਆਣੇ ਨੇ ਤੇ ਉਹਨਾਂ ਦੀ ਸੁਰੱਖਿਆ ਵਗੈਰਾ ਲੈ ਕੇ ਕਿਤੇ ਇਹ ਲੋਕ ਹੀ ਦੁਬਾਰਾ ਫਿਰ ਉੱਥੇ ਉਹਨਾਂ ਦੀ ਸੁਰੱਖਿਆ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ, ਜਾਂ ਇਸ ਤਰ੍ਹਾਂ ਦੀ ਕੁਝ ਵੀ ਹੋ ਸਕਦਾ, ਕਾਲੇ ਬਿੱਲੇ ਦਿਖਾਤੇ ਜਾਂ ਬੈਚਸ ਦਿਖਾਤੇ, ਇਸ ਤਰ੍ਹਾਂ ਦੀਆਂ ਵੀ ਗੱਲਾਂ ਹੋ ਸਕਦੀਆਂ। ਯਾਨੀ ਕਿ ਛਵੀ ਵਿਗੜ ਸਕਦੀ ਹੈ ਕੇਂਦਰ ਸਰਕਾਰ ਦੀ। ਇਸ ਕਰਕੇ ਥੋੜਾ ਜਿਹਾ ਉਹ ਸਤਰਕ ਨੇ, ਤਾਂ ਇਸ ਕਰਕੇ ਜਿਹੜੀਆਂ ਇਹ ਫੋਰਸਿਸ ਨੇ ਇੱਥੇ ਭੇਜੀਆਂ ਜਾ ਰਹੀਆਂ ਨੇ। ਭਾਸਕਰ ਸਾਹਿਬ, ਮੋਟੇ ਤੌਰ ਤੇ ਜਿਹੜੀਆਂ ਏਜੰਸੀਆਂ ਦੀਆਂ ਇਨਪੁਟਸ ਨੇ, ਜਿਹੜੀ ਅੰਗਰੇਜ਼ੀ ਦੀਆਂ ਅਖਬਾਰਾਂ ਨੇ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤੀਆਂ ਨੇ ਖਬਰਾਂ, ਉਹਦੇ ਵਿੱਚ ਤਾਂ ਇਹ ਗੱਲ ਆ ਰਹੀ ਹੈ ਕਿ ਲਗਾਤਾਰ ਇਹ ਰਿਪੋਰਟ ਕੀਤਾ ਜਾ ਰਿਹਾ ਏਜੰਸੀਆਂ ਵੱਲੋਂ ਸਟੇਟ ਨੂੰ ਕਿ ਕੁਝ ਅਣਸੁਖਾਵਾਂ ਹੋ ਸਕਦਾ। ਹਾਲਾਂਕਿ ਪੰਜਾਬ ਨੂੰ ਜਾਣਨ ਵਾਲੇ ਤੇ ਲਗਾਤਾਰ ਇਹਨੂੰ ਨੀਝ ਲਾ ਕੇ ਦੇਖਣ ਵਾਲੇ ਸਮਝਦੇ ਆ ਕਿ ਇਹੋ ਜਿਹੇ ਮੌਕਿਆਂ ਤੇ ਬਹੁਤੀ ਸੰਭਾਵਨਾ ਹੁੰਦੀ ਨਹੀਂ। ਕੋਈ ਵੀ ਸੰਸਥਾ ਕਿਸੇ ਵੀ ਰੂਪ 'ਚ, ਭਾਵੇਂ ਅਸੀਂ ਉਹਨੂੰ ਪਿਛਲੇ ਦਿਨਾਂ 'ਚ ਜਨਾਲੇ ਦੀਆਂ ਘਟਨਾਵਾਂ ਨਾਲ ਜੋੜ ਵੀ ਲਈਏ, ਲੱਗਦਾ ਨਹੀਂ ਕਿ ਕੋਈ ਸੰਭਾਵਨਾ ਹੈ ਕੋਈ ਕੈਪਚਰ ਕਰ ਲਏ, ਕੋਈ ਉੱਥੇ ਜਾ ਕੇ ਮਾਹੌਲ ਖਰਾਬ ਹੋਵੇ, ਕਿਉਂਕਿ ਉਹਦੇ ਨਾਲ ਉਹਦਾ ਆਪਣਾ ਅਕਸ ਵੀ ਖਰਾਬ ਹੁੰਦਾ ਹੈ। ਜਿਹੜੇ ਲੋਕ ਆਪਣੇ ਆਪ ਨੂੰ ਮਦਈ ਕਹਿ ਰਹੇ ਆ, ਸਿੱਖੀ ਦੇ, ਸਿੱਖੀਜ਼ਮ ਦੇ ਪੰਥਕ ਹੋਣ ਦਾ ਦਾਅਵਾ ਕਰ ਰਹੇ ਆ, ਉਹ ਕਦੇ ਵੀ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਪਰਸੈਪਸ਼ਨ ਨਾਲ ਨਹੀਂ ਜਾਣਾ ਚਾਹਣਗੇ ਕਿ ਇਹ ਤਾਂ ਅਨਾਰਕੀ ਵਾਲੇ ਲੋਕ ਆ, ਇਹ ਅਮਨ ਕਾਨੂੰਨ ਲਈ ਖਤਰਾ ਨੇ। ਉਹ ਲੋਕ ਤਾਂ ਲੋਕ ਭਾਵਨਾਵਾਂ ਨੂੰ ਨਾਲ ਜੋੜ ਕੇ ਅੱਗੇ ਵਧਦੇ ਹੁੰਦੇ ਆ। ਸੋ ਇਹ ਮੈਨੂੰ ਲੱਗਦਾ ਨਿਰਮੂਲ ਖਤਰਾ ਮੁੱਢਲੇ ਤੌਰ ਤੇ ਮੰਨਿਆ ਜਾਂਦਾ। ਪਰ ਫਿਰ ਵੀ ਇੱਕ ਦੂਜੀ ਗੱਲ ਆ ਕਿ ਉਹਦੀ ਆੜ ਵਿੱਚ ਕੋਈ ਹੋਰ ਧਿਰਾਂ ਜਿਹੜੀਆਂ ਚਾਹੁੰਦੀਆਂ ਨੇ ਅਸਥਿਰ ਕਰਨਾ ਇਸ ਖਿੱਤੇ ਨੂੰ, ਤੇ ਉਹ ਕੁਝ ਵੀ ਕਰ ਸਕਦੀਆਂ। ਸੋ ਇਹ 2 ਤਰ੍ਹਾਂ ਦੇ ਆ ਵੀ ਇੱਕ ਤਾਂ ਇਹ ਡਰ ਰੂਟੀਨ ਵਰਗੇ ਡਰ ਹੁੰਦੇ ਆ ਵੀ ਹਾਂਜੀ ਇਨਪੁਟ ਦੇ ਦਿਓ ਜੀ, ਜੇ ਸਭ ਠੀਕ, ਘੱਟੋ ਘੱਟ ਸੁਚੇਤ ਹੋਇਆ ਜਾਵੇ। ਆਮ ਤੌਰ ਤੇ ਜਦੋਂ ਇੰਟੈਲੀਜੈਂਸ ਵਾਲੇ ਉਹ ਸਮਝਦੇ ਆ ਕਿ ਕੇਂਦਰ ਦੀ ਇਹੋ ਜਿਹੀ ਆਈਬੀ ਦੀਆਂ ਇਹੋ ਜਿਹੀਆਂ ਇਨਪੁਟਸ ਆਉਂਦੀਆਂ ਹੀ ਰਹਿੰਦੀਆਂ, ਬਹੁਤੀ ਵਾਰੀ ਸੀਰੀਅਸਲੀ ਲਿਆ ਵੀ ਨਹੀਂ ਜਾਂਦਾ, ਦਿਨ ਦੇ ਵਿੱਚ ਕਈ ਵਾਰੀ ਇਹੋ ਜਿਹੀਆਂ ਆ ਜਾਂਦੀਆਂ। ਪਰ ਮੁੱਢਲੇ ਤੌਰ ਤੇ ਜੋ ਕੁਝ ਨਜ਼ਰ ਆ ਰਿਹਾ, ਇਸ ਵਾਰੀ ਸੁਚੇਤ ਰੂਪ ਦੇ ਵਿੱਚ ਯਤਨ ਕੀਤੇ ਜਾ ਰਹੇ ਆ ਕਿ ਕਿਸੇ ਅਣਸੁਖਾਵੀਂ ਸਥਿਤੀ ਨਾਲ ਨਿਪਟਣ ਲਈ ਸਟੇਟ ਘੱਟੋ ਘੱਟ ਕਾਰਗਰ ਹੋਵੇ। ਜੀ, ਕੱਲ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਪੰਜਾਬ ਦੇ ਵਿੱਚ ਐਕਸਟਰਾ ਫੋਰਸਿਸ ਕੇਂਦਰ ਭੇਜੇਗਾ, ਔਰ ਉਹ ਵੀ ਖਾਸ ਕਰਕੇ ਮਾਰਚ 6 ਤੋਂ ਲੈ ਕੇ ਮਾਰਚ 16 ਤੱਕ। ਇਹਨਾਂ ਮਾਰਚ 6 ਤੋਂ ਲੈ ਕੇ ਮਾਰਚ 16 ਦੇ ਵਿੱਚ ਇੱਕ ਹੋਲਾ ਮਹੱਲਾ ਤੇ ਦੂਜਾ G20 ਦੀ ਮੀਟਿੰਗ ਅੰਮ੍ਰਿਤਸਰ ਦੇ ਵਿੱਚ। ਇਹਨਾਂ ਦੋਨੋਂ ਈਵੈਂਟਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਫੋਰਸਿਸ ਭੇਜੀ ਜਾ ਰਹੀਆਂ। ਹੁਣ ਇਹ ਫੋਰਸਿਸ ਭਗਵੰਤ ਮਾਨ ਉਹਨਾਂ ਨੇ, ਅਮਿਤ ਸ਼ਾਹ ਉਹਨਾਂ ਨੂੰ ਮਿਲ ਕੇ ਮੰਗੀ, ਜਾਂ ਕੇਂਦਰ ਨੇ ਕਿਹਾ ਕਿ ਅਸੀਂ ਭੇਜ ਰਹੇ ਹਾਂ ਕਿਉਂਕਿ ਕੇਂਦਰ ਕੋਲ ਕੁਝ ਇਨਪੁਟ ਸੀਗੀ ਕਿ ਹੋਲਾ ਮਹੱਲਾ ਦੇ ਵਿੱਚ ਜਿਹੜੀ ਹੋਲਾ ਮਹੱਲਾ ਜਿਹੜਾ ਆ ਰਿਹਾ ਉਹਦੇ ਵਿੱਚ ਕੁਝ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਸਕਦੀ ਹੈ। ਔਰ ਖਾਸ ਕਰਕੇ ਉਹ ਅਜਨਾਲਾ ਦਾ ਇਨਸੀਡੈਂਟ ਜਿਹਦੇ ਵਿੱਚ ਪੁਲਿਸ ਡਿਫੰਕਟ ਜੀ ਨਜ਼ਰ ਆਈ, ਔਰ ਉਸ ਡਿਫੰਕਟ ਹੋਣ ਦੇ ਉੱਤੇ ਸਵਾਲ ਵੀ ਕੀਤੇ ਗਏ ਉਸ ਮੀਟਿੰਗ ਦੇ ਵਿੱਚ। ਇਹ ਫੋਰਸਿਸ ਆ ਰਹੀ ਹੈ, ਇਹਨਾਂ ਦਾ ਰੋਲ ਕੀ ਹੋਏਗਾ, ਕਿੱਥੇ ਡਿਪਲੋਏ ਹੋਣਗੀ, ਉਹ ਵੀ ਕੇਂਦਰ ਡਿਸਾਈਡ ਕਰੇਗਾ ਕਿ ਪੰਜਾਬ ਪੁਲਿਸ ਡਿਸਾਈਡ ਕਰੇਗੀ। ਹੁਣ ਅੱਜ ਤੋਂ ਪਹਿਲੇ, ਯਾਨੀ ਕੱਲ ਤੋਂ ਪਹਿਲੇ, ਭਗਵੰਤ ਮਾਨ ਉਹਨਾਂ ਤੇ ਡੀਜੀਪੀ ਉਹਨਾਂ ਹਮੇਸ਼ਾ ਇੱਕ ਗੱਲ ਕਲੇਮ ਕਰਦੇ ਰਹੇ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਿਚੁਏਸ਼ਨ ਬਿਲਕੁਲ ਠੀਕ ਹੈ। ਪਰ ਨਾਲ ਦੇ ਨਾਲ ਅਗਰ ਇਹ ਫੋਰਸਿਸ ਮੰਗੀ ਜਾ ਰਹੀ ਹੈ ਤੇ ਇੱਕ ਤਰੀਕੇ ਨਾਲ ਇਹ ਕਨਫੈਸ਼ਨ ਵੀ ਹੈ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਠੀਕ ਨਹੀਂ ਹੈ, ਔਰ ਪੰਜਾਬ ਪੁਲਿਸ ਸક્ષਮ ਨਹੀਂ ਹੈ ਉਸ ਤਰੀਕੇ ਦੀ ਸਿਚੁਏਸ਼ਨ ਨੂੰ ਡੀਲ ਕਰਨ ਵਾਸਤੇ ਜਿੱਦਾਂ ਦੀ ਇਨਪੁਟਸ ਇੰਟੈਲੀਜੈਂਸ ਕੋਲ ਹੈਗੀ ਹੈ। ਭਾਸਕਰ ਸਾਹਿਬ, ਇਸ ਤਰ੍ਹਾਂ ਦੀ ਕਵਾਇਦ ਅਕਸਰ ਹੁੰਦੀ ਹੈ ਜਦੋਂ ਜੂਨ ਦਾ ਉਹ ਹਫ਼ਤਾ ਘੱਲੂਘਾਰਾ ਦਿਵਸ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਆਸ-ਪਾਸ ਵੀ ਕੇਂਦਰੀ ਫੋਰਸਿਸ ਤੋਂ ਕੁਝ ਕੰਪਨੀਆਂ ਮੰਗੀਆਂ ਜਾਂਦੀਆਂ, ਔਰ ਇਹ ਰੂਟੀਨ ਦਾ ਵਰਤਾਰਾ ਹੈ, ਲਗਾਤਾਰ ਪਿਛਲੀਆਂ ਕਈ ਸਰਕਾਰਾਂ ਤੋਂ ਇੰਝ ਹੋ ਰਿਹਾ। ਔਰ ਉਹਨਾਂ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਕੰਪਲੈਕਸ ਨੂੰ ਲੈ ਕੇ, ਉੱਥੇ ਹੋਣ ਵਾਲੇ ਸਮਾਗਮ ਨੂੰ ਲੈ ਕੇ, ਤੇ ਹਮੇਸ਼ਾ ਇਸ ਤਰ੍ਹਾਂ ਦੀ ਗੱਲ ਰਹਿੰਦੀ ਕਿ ਕੋਈ ਐਲਾਨ ਨਾ ਹੋ ਜਾਏ, ਕੋਈ ਰੌਲਾ ਨਾ ਪੈ ਜਾਏ। ਪਰ ਇਸ ਵਾਰੀ ਅਗਾਊਂ ਇਸ ਤਰ੍ਹਾਂ ਦੇ ਪ੍ਰਬੰਧ ਕੁਝ ਸੰਕੇਤ ਵੀ ਕਰਦੇ ਆ ਕਿ ਪਿਛਲੇ ਦੌਰ 'ਚ ਹੋਈਆਂ ਘਟਨਾਵਾਂ ਦੇ ਉੱਤੇ ਕੋਈ ਕਾਰਵਾਈ ਕਰਨ ਦਾ ਇਰਾਦਾ, ਔਰ ਉਹਦੇ ਰਿਐਕਸ਼ਨ ਦੇ ਵਿੱਚ ਕੋਈ ਪ੍ਰਤੀਕਰਮ ਦੇ ਵਜੋਂ ਕੋਈ ਹੋਰ ਐਕਟੀਵਿਟੀਜ਼ ਨਾ ਹੋਣ, ਉਹਨੂੰ ਧਿਆਨ 'ਚ ਰੱਖਿਆ ਜਾ ਰਿਹਾ। ਸਿਰਫ ਇਹ
10 ਦਿਨ 15 ਦਿਨ ਲਈ ਕੰਪਨੀਆਂ ਆ ਰਹੀਆਂ ਜਾਂ ਇਹਨਾਂ ਨੂੰ ਲੰਬੇ ਸਮੇਂ ਤੱਕ ਰੋਕਿਆ ਜਾ ਸਕਦਾ? ਇਹ ਸਵਾਲ ਤਾਂ ਹੈਗੀ ਆ। ਲੇਕਿਨ ਪੰਜਾਬ ਪੁਲਿਸ ਘੱਟੋ ਘੱਟ ਆਪਣੇ ਇੰਟੈਲੀਜੈਂਸ ਵਿੰਗ ਤੋਂ ਲੈ ਕੇ ਬਾਕੀ ਹੋਰ ਚੀਜ਼ਾਂ ਦੇ ਉੱਤੇ ਵੀ ਕੁਝ ਕੰਮ ਕਰਨ ਲਈ ਹੁਣ ਲੱਗ ਰਹੀ ਹੈ ਕਿ ਇਹ ਕਾਫੀ ਫਜੀਹਤ ਕਾਫੀ ਕਿਰਕਰੀ ਹੋਈ ਕਿ ਇਨਪੁਟਸ ਜਿਹੜੀਆਂ ਇੰਟੈਲੀਜੈਂਸ ਦੀਆਂ ਸੀ ਉਹ ਕਿਹੋ ਜਿਹੀਆਂ ਸੀ। ਖੈਰ ਅੱਜ ਇਸ ਗੱਲ ਤੇ ਵੀ ਨਜ਼ਰ ਆਊਗੀ। ਦੂਜੀ ਗੱਲ ਜਿਹੜੀ ਭਾਸਕਰ ਸਾਹਿਬ ਹੈਗੀ ਆ ਐਕਸਾਈਜ਼ ਪਾਲਿਸੀ ਨੂੰ ਲੈ ਕੇ, ਉਹ ਬੜੀ ਅਹਿਮ ਆ। ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਰੌਲਾ ਇਸ ਗੱਲ ਦਾ ਹੀ ਹੈ ਕਿ ਐਕਸਾਈਜ਼ ਪਾਲਿਸੀ ਦਿੱਲੀ ਵਾਲੀ ਜੇ ਖਤਰੇ 'ਚ ਆ ਤਾਂ ਪੰਜਾਬ ਸੇਮ ਪਾਲਿਸੀ ਨਾਲ ਅੱਗੇ ਵਧਿਆ ਕਿ ਉਹਦਾ ਸੇਕ 1 by 1 ਜਦੋਂ ਜਿੱਦਾਂ ਬੰਦੇ ਫੜੇ ਜਾ ਰਹੇ ਆ ਉਹਦਾ ਇੱਥੋਂ ਤੱਕ ਵੀ ਪਹੁੰਚੂਗਾ। ਜੇ ਸੇਮ ਕੰਪਨੀਆਂ ਦੋਵੇਂ ਥਾਂ ਇੱਕੋ ਜਿਹਾ ਕਾਰੋਬਾਰ ਕਰ ਰਹੀਆਂ ਤਾਂ ਕੀ ਹਿੱਸੇਪਤੀ ਦਾ ਰੌਲਾ ਇੱਥੇ ਹੈਗਾ ਕਿ ਨਹੀਂ ਹੈਗਾ? ਸੋ ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਤੁਸੀਂ ਇਹਦੇ ਉੱਤੇ ਥੋੜੀ ਜਿਹੀ ਟਿੱਪਣੀ ਦੇ ਦਿਓ ਕਿ ਜਿਹੜਾ ਅਮਨਦੀਪ ਢੱਲ ਬਰਿੰਡਕੋ ਦੇ ਕਰਤਾ ਧਰਤਾ ਦੀ ਗ੍ਰਿਫਤਾਰੀ ਆ ਉਹਦਾ ਸੇਕ ਪੰਜਾਬ ਵਾਲੇ ਪਾਸੇ ਆ ਸਕਦਾ ਕਿਸੇ ਰੂਪ 'ਚ? ਦੇਖੋ ਜਿਹੜੀ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਜਿਹੜੇ ਸੇਮ ਕਾਰੋਬਾਰੀ ਨੇ, ਤਾਂ ਮੈਨੂੰ ਲੱਗਦਾ ਕਿ ਜਦੋਂ ਔਰ ਸੇਮ ਹੀ ਪਾਲਿਸੀ ਹੈ, ਤਾਂ ਜਦੋਂ ਉਦੋਂ ਈਡੀ ਪੁੱਛਤਾਛ ਕਰਦੀ ਹੈ ਤਾਂ ਕੁਝ ਨਾ ਕੁਝ ਕਨੈਕਸ਼ਨ ਤਾਂ ਦੋਨੋਂ ਸਟੇਟਾਂ ਦੇ ਹੋਏਗੇ। ਦੋਨੋਂ ਸਟੇਟਾਂ ਦੇ ਵਿੱਚ ਸੇਮ ਪਾਰਟੀ ਦੀ ਸਰਕਾਰ ਹੈ, ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਕੁਝ ਨਾ ਕੁਝ ਤਾਂ ਸੇਕ ਆਏਗਾ ਹੀ। ਪਰ ਉਹ ਕਿਸ ਰੂਪ 'ਚ ਆਏਗਾ, ਕਿਉਂਕਿ ਪੰਜਾਬ ਨੇ ਜਿਹੜੀ ਐਕਸਾਈਜ਼ ਪਾਲਿਸੀ ਨੂੰ ਕੈਬਨਿਟ ਦੇ ਵਿੱਚ ਅਪਰੂਵਲ ਦਿੱਤੀ ਹੈ, ਇਸ ਕਰਕੇ ਉੱਥੇ ਤੱਕ ਤਾਂ ਉਹਨਾਂ ਦੀ ਕੋਈ ਗਲਤੀ ਹੈ ਨਹੀਂ ਹੈ। ਲੇਕਿਨ ਉੱਥੇ ਦਿੱਲੀ ਦੇ ਵਿੱਚ ਥੋੜੀ ਹੈ ਕਿ ਜਿਹੜੀ ਉਹ ਬਾਅਦ ਚ ਚੇਂਜਸ ਕੀਤੀਆਂ ਨੇ, ਤਾਂ ਉੱਥੇ ਤਾਂ ਪ੍ਰੋਬਲਮ ਆ ਸਕਦੀ ਹੈ। ਲੇਕਿਨ ਕਿਉਂਕਿ ਅੱਜ ਕੱਲ ਸੇਮ ਚੀਜ਼ ਤੇ ਨਹੀਂ ਗੱਲ ਹੋ ਰਹੀ, ਅੱਜ ਕੱਲ ਤਾਂ ਗੱਲ ਹੋ ਰਹੀ ਹੈ ਕਿ ਪੈਸਾ ਕਿੱਥੋਂ ਕਿੱਥੇ ਗਿਆ, ਕਿਹਨੂੰ ਗਿਆ, ਇਸ ਨੂੰ ਲੈ ਕੇ ਅਸਲ 'ਚ ਸਾਰੀਆਂ ਚੀਜ਼ਾਂ ਦੀ ਜਿਹੜੀ ਜਾਂਚ ਹੈ ਉਹ ਚੱਲ ਰਹੀ ਹੈ। ਸੋ ਦੂਜਾ ਜਿਹੜਾ ਤੁਸੀਂ ਉਠਾਇਆ ਇਸ਼ੂ ਐਕਸਾਈਜ਼ ਦਾ, ਇਹਦੇ 'ਚ ਇੱਕ ਚੀਜ਼ ਬੜੀ ਅਹਿਮ ਆ। ਮੈਂ ਥੋੜਾ ਜਿਹਾ ਕਿਉਂਕਿ ਮਾਮਲਾ ਥੋੜਾ ਟਵਿਸਟਿੰਗ ਆ, ਕਿਉਂਕਿ ਮਨੀਸ਼ ਸਿਸੋਦੀਆ ਔਰ ਰਾਘਵ ਚੱਡਾ ਦੋ ਐਸੇ ਵਿਅਕਤੀ ਨੇ ਜਿਹੜੇ ਕੇਜਰੀਵਾਲ ਲਈ ਸੰਕਟ ਮੋਚਕ ਵੀ ਨੇ ਤੇ ਉਹਦੇ ਚਿਹਰੇ ਵੀ ਨੇ। ਔਰ ਉਹਦੇ ਨਾਲ ਨਾਲ ਇੱਕ ਹੋਰ ਜਿਹੜਾ ਸੀਗਾ ਉਹ ਸੀਗਾ ਇਹਨਾਂ ਦਾ ਮੀਡੀਆ ਨੂੰ ਦੇਖਣ ਵਾਲਾ ਵਿਅਕਤੀ ਜਿਹੜਾ ਹੁਣ ਅੰਦਰ ਹੈ। ਸੋ ਇਹ ਤਿੰਨ ਵਿਅਕਤੀ ਜਦੋਂ ਇੱਕੋ ਜਗ੍ਹਾ ਤੇ, ਹੁਣ ਇਹਦੇ ਚ ਸਿਰਫ ਤੇ ਸਿਰਫ ਰਾਘਵ ਚੱਡਾ ਅਜੇ ਸੇਫ ਸੁਰੱਖਿਅਤ ਨੇ, ਸ਼ਾਇਦ ਉਹਨਾਂ ਨੂੰ ਕਿਸੇ ਵੀ ਜਗ੍ਹਾ ਸ਼ਾਮਲ ਨਹੀਂ ਕੀਤਾ ਗਿਆ। ਮੈਨੂੰ ਲੱਗਦਾ ਜੇਕਰ ਸਿਆਸੀ ਤੌਰ ਤੇ ਵੀ ਜੇ ਦੇਖਣਾ ਹੋਵੇ ਤਾਂ ਅਗਲਾ ਨਿਸ਼ਾਨਾ ਰਾਘਵ ਚੱਡਾ ਹੋ ਸਕਦੇ ਆ। ਜਿਸ ਤਰੀਕੇ ਦੀ ਸ਼ਿਕਾਇਤ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਹੈ ਔਰ ਜਿਸ ਤਰੀਕੇ ਨਾਲ ਹੁਣ ਫਿਰ ਉਹਨਾਂ ਨੇ ਇੱਕ ਸ਼ਿਕਾਇਤ ਦਿੱਤੀ ਹੈ, ਸੋ ਇਹ ਚੀਜ਼ਾਂ ਤੇ ਇਸੇ ਤਰੀਕੇ ਨਾਲ ਕਾਰੋਬਾਰੀਆਂ ਦਾ ਸਾਰਿਆਂ ਦਾ ਹੀ ਇੱਕ ਇੱਕ ਕਰਕੇ ਅੰਦਰ ਚਲੇ ਜਾਣਾ, ਹਿਰਾਸਤ ਵਿੱਚ ਚਲੇ ਜਾਣਾ, ਔਰ ਉਸ ਤੋਂ ਬਾਅਦ ਇਹ ਤਾਰਾਂ ਜੋੜ ਕੇ ਪੰਜਾਬ ਨੂੰ ਸੇਕ ਲੱਗ, ਕਿਉਂਕਿ ਇਹ ਦੋ ਵਿਅਕਤੀ ਜਿਹੜੇ ਖਾਸ ਤੌਰ ਤੇ ਰਾਘਵ ਚੱਡਾ ਤੇ ਵਿਜੇ ਨਾਇਰ ਦੋਵਾਂ ਥਾਵਾਂ ਤੇ, ਰਾਘਵ ਚੱਡਾ ਪੰਜਾਬ 'ਚ ਜ਼ਿਆਦਾ, ਵਿਜੇ ਨਾਇਰ ਦੋਵਾਂ ਥਾਵਾਂ ਦੇ ਉੱਤੇ। ਸੋ ਮੈਨੂੰ ਲੱਗਦਾ ਹੈ ਕਿ ਜੇਕਰ ਇਹ ਪੂਰੀ ਪਾਰਟੀ ਨੂੰ ਅਸਰਅੰਦਾਜ਼ ਕਰਨਾ ਹੈ, ਕੇਜਰੀਵਾਲ ਦੇ ਦੋਵੇਂ ਵਿਅਕਤੀ ਜਿਹੜੇ ਲੀਡ ਫਰਮ ਫਰੰਟ ਕਰਦੇ ਨੇ ਉਹਨਾਂ ਦੋਨਾਂ ਨੂੰ ਜੇ ਪੰਗੇ 'ਚ ਲਿਆਉਂਦੇ ਤਾਂ ਪੂਰੀ ਪਾਰਟੀ ਪੰਗੇ 'ਚ ਆਉਂਦੀ। ਮੈਨੂੰ ਲੱਗਦਾ ਇਹ ਸ਼ਾਇਦ ਇਹ ਕੜੀਆਂ ਜੋੜੀਆਂ ਜਾਣ। ਜੀ ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹ ਵੀ ਮੈਨੂੰ ਲੱਗ ਰਿਹਾ ਕਿ ਜਿਹੜਾ ਇਹ ਇਸ਼ੂ ਹੈ ਨਾ, ਇਹ ਪੋਲੀਟੀਕਲ ਵੀ ਹੈਗਾ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਵੀ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨਹੀਂ ਹੈਗੀਆਂ ਉੱਥੇ ਕਿਸ ਤਰ੍ਹਾਂ ਈਡੀ ਜਾਂ ਸੀਬੀਆਈ ਨੂੰ ਯੂਜ਼ ਕਰ ਰਹੇ ਹੈ, ਤਾਂ ਉਹ ਤੁਸੀਂ ਦੇਖੋ ਵੀ ਉਹ ਬਿਲਕੁਲ ਉੱਥੇ ਹੀ ਨੇ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ। ਤਾਂ ਆਹ ਦਿੱਲੀ, ਪੰਜਾਬ ਇਹ ਵੀ ਹੈ। ਹੁਣ ਪੰਜਾਬ ਦੇ ਵਿੱਚ ਬੀਜੇਪੀ ਬਹੁਤ ਕੋਸ਼ਿਸ਼ ਕਰ ਰਹੀ ਹੈ ਅਗਲੇ ਟਾਈਮ ਤੋਂ ਆਏ, ਲੇਕਿਨ ਉਹ ਤਾਂ ਹੀ ਆ ਪਾਏਗੀ ਜਦੋਂ ਇੱਥੇ ਸਪੇਸ ਕ੍ਰੀਏਟ ਹੋਏਗੀ। ਇਸ ਟਾਈਮ ਸਪੇਸ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੇ ਪੂਰੀ ਘੇਰ ਰੱਖੀ ਹੈ, ਤਾਂ ਕਿਸ ਤਰ੍ਹਾਂ ਉਹ ਸਪੇਸ ਖਾਲੀ ਕਰਾਈ ਜਾਏ। ਜਿਵੇਂ ਤੁਸੀਂ ਕਿਹਾ ਵੀ ਇਹ ਜਿਹੜੇ ਤਿੰਨ ਪ੍ਰਮੁੱਖ ਚਿਹਰੇ ਹੈਗੇ ਆ, ਇਹਨਾਂ ਨੂੰ ਜਦ ਤੱਕ ਉਹ ਕਿਸੇ ਨਾ ਕਿਸੇ ਰੂਪ ਚ ਫਸਾਉਂਦੇ ਨਹੀਂ ਜਾਂ ਬਦਨਾਮ ਨਹੀਂ ਕਰਦੇ ਜਾਂ ਕੁਝ ਵੀ ਇਹਨਾਂ ਨੂੰ ਕਹਿ ਲਓ, ਕਿ ਜਦ ਤੱਕ ਇਹ ਚਿਹਰੇ ਥੱਲੇ ਨਹੀਂ ਆਉਂਦੇ ਤਾਂ ਤੱਕ ਉਹ ਸਪੇਸ ਕ੍ਰੀਏਟ ਨਹੀਂ ਹੋਏਗੀ। ਮੈਨੂੰ ਲੱਗਦਾ ਕਿ ਉਹ ਇਹ ਪੋਲੀਟੀਕਲ ਮੂਵ ਵੀ ਦੇਖਣੀ ਚਾਹੀਦੀ ਹੈ, ਬੇਸ਼ੱਕ ਉਹ ਈਡੀ ਦੇ ਥਰੂ ਹੀ ਹੋ ਰਹੀ ਹੋਵੇ ਜਾਂ ਸੀਬੀਆਈ ਦੇ ਥਰੂ ਹੋ ਰਹੀ ਹੋਵੇ, ਇਹ ਤਾਂ ਹੀ ਬਣੂਗੀ। ਐਂ ਸੇਮ ਹੀ ਦਿੱਲੀ ਦੇ ਵਿੱਚ ਵੀ ਹੈ। ਦਿੱਲੀ ਦੇ ਵਿੱਚ ਸਟੇਟ ਔਰ ਹੁਣ ਮਿਊਨਿਸਪਲ ਕਮੇਟੀ ਵੀ ਉਹ ਆਮ ਆਦਮੀ ਪਾਰਟੀ ਕੋਲ ਚਲੀ ਗਈ ਹੈ, ਜਦਕਿ ਪਹਿਲਾਂ ਮਿਊਨਿਸਪਲ ਕਮੇਟੀਆਂ ਨਗਰ ਨਿਗਮ ਸੀ ਜਿਹੜੇ ਉਹ ਬੀਜੇਪੀ ਕੋਲੇ ਸੀਗੇ, ਤੇ ਹੁਣ ਉੱਥੇ ਉਹ ਬੀਜੇਪੀ ਉੱਥੇ ਵੀ ਤਿਲ ਮਿਲਾ ਲਈ ਰਹੀ ਹੋਏਗੀ। ਐ ਨਹੀਂ ਹੈ ਕਿ ਉਹ ਚੁੱਪ ਬੈਠੇਗੀ। ਮੈਨੂੰ ਲੱਗਦਾ ਕਿ ਉੱਥੇ ਵੀ ਇਹ ਕਾਰਵਾਈ ਇਸੇ ਕਰਕੇ ਹੀ ਜ਼ਿਆਦਾ ਟਾਈਟ ਕਰਕੇ ਕੀਤੀ ਜਾ ਰਹੀ ਹੈ ਤਾਂ ਕਿ ਉਹ ਸਪੇਸ ਉੱਥੇ ਕ੍ਰੀਏਟ ਕਰਾਈ ਜਾਏ ਤੇ ਆਪਾਂ ਅਗਲੇ ਇਲੈਕਸ਼ਨਾਂ ਵਿੱਚ 24 ਹੁਣ ਆ ਰਿਹਾ ਤੇ ਅਗਲੇ ਇਲੈਕਸ਼ਨਾਂ 'ਚ ਸਾਨੂੰ ਕੋਈ ਦਿੱਕਤ ਨਾ ਆਏ, ਉਹ ਆਰਾਮ ਨਾਲ ਇਲੈਕਸ਼ਨ ਜਿੱਤੇ ਜਾਣ। ਆਰਾਮ ਨਾਲ ਇਲੈਕਸ਼ਨ ਤਾਂ ਜਿੱਤੇ ਜਾ ਸਕਦੇ ਜੇ ਲੋਕਾਂ ਦਾ ਸਮਰਥਨ ਹੋਵੇ
ਪਰ ਇੱਕ ਸਵਾਲ ਦੋਨਾਂ ਲਈ ਹੈ, ਇੱਕ ਵੱਡੀ ਸੱਤਾ ਦੂਜੀ ਛੋਟੀ ਸੱਤਾ, ਦੋਨੇ ਦਿੱਲੀ ਤੋਂ ਆਪਰੇਟ ਹੁੰਦੀਆਂ ਨੇ। ਤੇ ਇਸ ਵੇਲੇ ਆਮ ਆਦਮੀ ਪਾਰਟੀ ਤੇ ਵੀ ਇਹੀ ਦੋਸ਼ ਲਾਏ ਜਾਂਦੇ ਆ। ਜਦੋਂ ਤੁਸੀਂ ਸੱਤਾ ਚਾਹੁੰਦੇ ਹੋ, ਤੁਸੀਂ ਤਾਂ ਕਹਿੰਦੇ ਹੋ ਕਿ ਉਹ ਏਜੰਸੀਆਂ ਦਾ ਇਸਤੇਮਾਲ ਕਰ ਰਹੇ ਆ, ਤੇ ਜਦੋਂ ਅਲਕਾ ਲਾਂਬਾ ਜਾਂ ਤਜਿੰਦਰ ਬੱਗਾ ਨੂੰ ਫੜਿਆ ਜਾਂਦਾ, ਉਦੋਂ ਇਹ ਵੀ ਤੁਹਾਡੇ ਤੇ ਦੋਸ਼ ਆਉਂਦੇ ਕਿ ਜਦੋਂ ਤੁਹਾਡੇ ਕੋਲ ਪੰਜਾਬ ਪੁਲਿਸ ਆਈ, ਤੁਸੀਂ ਆਉਂਦਿਆਂ ਕਾਰਵਾਈ ਸ਼ੁਰੂ ਕਰਤੀ। ਵੱਖਰੀ ਗੱਲ, ਪ੍ਰੈਸ਼ਰ ਇੰਨਾ ਪੈ ਗਿਆ, ਵੱਡੀ ਧਿਰ ਛੋਟੀ ਧਿਰ ਨੂੰ ਖਾਈ ਜਾਂਦੀ ਹੁੰਦੀ ਹੈ, ਇਹ ਮੰਨਿਆ ਜਾਂਦਾ। ਲੇਕਿਨ ਪੰਜਾਬ ਦੇ ਵਿੱਚ ਕਾਂਗਰਸੀ ਤੇ ਭਾਜਪਾ ਹੀ ਇਹੋ ਹੀ ਰੌਲਾ ਪਾ ਰਹੇ। ਸਾਡਾ ਸੁੰਦਰ ਸ਼ਾਮ ਅਰੋੜਾ ਫੜ ਲਿਆ ਜੀ, ਸਾਡੇ ਬਲਬੀਰ ਸਿੱਧੂ ਨੂੰ ਨੋਟਿਸ ਭੇਜਤਾ ਜੀ, ਸਾਡੇ ਕਾਂਗੜ ਸਾਹਿਬ ਦੀਆਂ ਤੁਸੀਂ ਪਰਮਿਸ਼ਨਾਂ ਕਰਾਈ ਜਾਂਦੇ ਹੋ, ਇਸੇ ਤਰੀਕੇ ਨਾਲ ਕਾਂਗਰਸੀ। ਇਹ ਸਾਰੇ ਬੰਦੇ ਜਿਹੜੇ ਇਹਨਾਂ ਦੋਵਾਂ ਪਾਰਟੀਆਂ ਦੇ ਵਿੱਚ ਆ, ਜਦੋਂ ਉਹਨਾਂ ਨੂੰ ਹੱਥ ਪੈਂਦਾ ਹੈ ਤੇ ਉਹ ਕਰਪਸ਼ਨ ਨੂੰ ਪੈਂਦਾ, ਤੇ ਉਹ ਕਹਿੰਦੇ ਵੀ ਜਦੋਂ ਤੁਹਾਡਿਆਂ ਨੂੰ ਪੈਂਦਾ ਤੇ ਫਿਰ ਤੁਹਾਡੀ ਕਰਪਸ਼ਨ ਨਹੀਂ, ਤੁਸੀਂ ਤਾਂ ਬਹੁਤ ਦੁੱਧ ਧੋਤੇ ਹੋ ਜਾਂਦੇ ਹੋ। ਮੈਨੂੰ ਲੱਗਦਾ ਕਿ ਜਿਹੜੀ ਏਜੰਸੀਆਂ ਦੀ ਤੇ ਪੁਲਿਸ ਦੀ ਦੁਰਵਰਤੋਂ ਆ, ਇਹਦਾ ਮਾਮਲਾ, ਇਹ ਸਾਰੀਆਂ ਤਰ੍ਹਾਂ ਇਸ ਹਮਾਮ ਦੇ ਵਿੱਚ ਨੰਗੀਆਂ ਲੱਗਦੀਆਂ। ਪਰ ਹੁਣ ਜੇਕਰ ਕੋਈ ਬੰਦਾ ਵੀ ਅੰਡਰ ਸਕੈਨ ਆਉਂਦਾ, ਜੇਕਰ ਕੋਈ ਬੰਦਾ ਵੀ ਜਾਂਚ ਵਿੱਚ ਆ ਜਾਂਦਾ, ਜੇਕਰ ਉਹ ਗਿਲਟੀ ਪਾਇਆ ਜਾਂਦਾ ਹੈ ਕਰਪਸ਼ਨ ਨੂੰ ਲੈ ਕੇ, ਗਲਤ ਪ੍ਰੈਕਟਿਸਿਸ ਨੂੰ ਲੈ ਕੇ, ਫਿਰ ਉਹਨੂੰ ਸਫਾਈ ਤਾਂ ਦੇਣੀ ਪਊ। ਕੇਜਰੀਵਾਲ ਸਾਹਿਬ ਦੀ ਸਰਕਾਰ ਜੇ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਲਿਆਉਂਦੀ ਹੈ ਤੇ ਮੁੜ ਕੇ ਉਹਨੂੰ ਵਾਪਸ ਲੈ ਲੈਂਦੀ ਹੈ। ਆਖਰੇ ਡਰ ਕਾਹਦੇ ਸੀ? ਤੁਸੀਂ ਕਹਿੰਦੇ ਹੋ ਜੀ ਉਹ ਬੀਜੇਪੀ ਵਾਲੇ ਤੰਗ ਬੜਾ ਕਰ ਰਹੇ ਸੀ ਜੀ, ਕਾਰੋਬਾਰੀਆਂ ਨੂੰ ਬੜਾ ਤੰਗ ਕਰ ਰਹੇ ਸੀ, ਤੇ ਉਹ ਕਾਰੋਬਾਰੀ ਆਪਣੀ ਕੰਪਲੇਂਟ ਦਿੰਦੇ, ਸ਼ਿਕਾਇਤ ਦਿੰਦੇ ਪੁਲਿਸ ਨੂੰ ਨਾ ਵੀ ਸਾਨੂੰ ਤੰਗ ਕੀਤਾ ਜਾ ਰਿਹਾ, ਬਾਈ ਨੇਮ ਦਿੰਦੇ। ਪਰ ਤੁਸੀਂ ਉਹਨੂੰ ਵਾਪਸ ਲੈ ਕੇ ਆਪਣੇ ਆਪ ਸ਼ੱਕ ਚ ਆ ਗਏ। ਫਿਰ ਤੁਹਾਡਾ ਮੁੱਖ ਸਕੱਤਰ ਤੇ ਤੁਹਾਡਾ ਐਲਜੀ ਤਾਂ ਹੈ ਹੀ ਨਹੀਂ, ਉਹ ਤਾਂ ਕੇਂਦਰ ਦਾ ਹੈ, ਤੁਸੀਂ ਕਹਿੰਦੇ ਹੋ। ਪਰ ਤੁਹਾਡੀ ਸਟੇਟ ਦਾ ਸੰਵਿਧਾਨਕ ਮੁਖੀ ਤੁਹਾਡੇ ਖਿਲਾਫ ਸੀਬੀਆਈ ਨੂੰ ਜਾਂਚ ਤੋਰ ਦਿੰਦਾ। ਤੇ ਜੇ ਇਹੀ ਗੱਲ ਇੱਥੇ ਹੁਣ ਪੰਜਾਬ ਦੇ ਵਿੱਚ ਹੋ ਜੇ, ਕਿਉਂਕਿ ਟਕਰਾਅ ਇੱਥੇ ਵੀ ਉਨਾ ਹੀ ਵੱਡਾ ਹੋ ਗਿਆ, ਇਹ ਟਕਰਾਅ ਤੋਂ ਟਲਿਆ ਜਾ ਸਕਦਾ ਸੀ। ਭਾਸਕਰ ਸਾਹਿਬ, ਦੋਹਰੇ ਮਾਪਦੰਡ ਦੋਵੇਂ ਬੰਨਿਓ ਅਪਣਾਏ ਜਾ ਰਹੇ ਆ। ਦੋਵੇਂ ਸੱਤਾਧਾਰੀ ਧਿਰਾਂ ਵੱਡੀ ਕੁਰਸੀ ਦੀਆਂ ਦਾਅਵੇਦਾਰ ਨੇ। ਪਹਿਲੀ ਕਬਜ਼ਾ ਆ ਕੇ ਬੈਠੀ ਆ ਤੇ ਦੂਜੀ ਉਹਨੂੰ ਖੋਲਣਾ ਚਾਹੁੰਦੀ ਹੈ। ਹਾਲਾਂਕਿ ਦਿੱਲੀ ਦੂਰ ਆ ਜੇ, ਤੇ ਦਿੱਲੀ ਦੇ ਵਿੱਚ ਬੈਠੇ ਇਹ ਵੱਡੇ ਬੰਦੇ ਪੰਜਾਬ ਦੀ ਸੱਤਾ ਵੀ ਖੋਲਣਾ ਚਾਹੁੰਦੇ। ਕੀ ਕਹਿੰਦੇ? ਜਿੱਥੇ ਤੱਕ ਐਕਸਾਈਜ਼ ਪਾਲਿਸੀ ਦੀ ਗੱਲ ਹੈ ਰੰਧਾਵਾ ਜੀ, ਸੀਬੀਆਈ ਨੇ 15 ਵਿਅਕਤੀਆਂ ਨੂੰ ਆਰੋਪੀ ਬਣਾਇਆ ਸੀ ਔਰ ਮਨੀਸ਼ ਸਿਸੋਦੀਆ ਉਸ ਐਫਆਈਆਰ ਦੇ ਵਿੱਚ ਆਰੋਪੀ ਨੰਬਰ 1 ਸੀਗੇ। ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਸ਼ੁਰੂ ਹੋਈ, ਸੀਬੀਆਈ ਨੇ ਆਪਣੇ ਚਲਾਨ ਪੇਸ਼ ਕੀਤੇ, ਚਾਰਜਸ਼ੀਟ ਫਰੇਮ ਕੀਤੀ। ਦੋਨਾਂ ਚਾਰਜਸ਼ੀਟ ਦੇ ਵਿੱਚ ਮਨੀਸ਼ ਸਿਸੋਦੀਆ ਉਹਨਾਂ ਦਾ ਨਾਂ ਨਹੀਂ ਸੀਗਾ, ਪਰ ਇਹ ਨਾਂ ਤਦ ਆਇਆ ਜਦ ਉਸ ਆਰੋਪੀਆਂ ਦੀ ਲਿਸਟ ਦੇ ਵਿੱਚੋਂ ਕਾਫੀਆਂ ਨੂੰ ਅਰੈਸਟ ਕੀਤਾ ਗਿਆ ਔਰ ਫਿਰ ਦਿਨੇਸ਼ ਅਰੋੜਾ ਵਰਗੇ ਇੱਕ ਕੋ ਐਕਿਊਜ਼ਡ, ਜਿਨ੍ਹਾਂ ਨੂੰ ਕਦੀ ਕਿਹਾ ਜਾਂਦਾ ਸੀਗਾ ਕਿ ਮਨੀਸ਼ ਸਿਸੋਦੀਆ ਉਹਨਾਂ ਦੇ ਬੜੇ ਕਲੋਜ਼ ਨੇ, ਉਹਨਾਂ ਨੇ ਕੁਝ ਏਦਾਂ ਦੀ ਗੱਲਾਂ ਦੱਸੀਆਂ ਜਿਹਦੇ ਉੱਤੇ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਕੇ ਮਨੀਸ਼ ਸਿਸੋਦੀਆ ਉਹਨਾਂ ਦੀ ਗ੍ਰਿਫਤਾਰੀ ਹੋਈ। ਅਮਨਦੀਪ ਢੱਲ ਦੀ ਗੱਲ ਅੱਜ ਤੁਸੀਂ ਪੰਜਾਬ ਦੀ ਪਾਲਿਸੀ ਨੂੰ ਲੈ ਕੇ ਕਰ ਰਹੇ ਹੋ, ਜਾਂ ਦਿੱਲੀ ਦੀ ਪਾਲਿਸੀ ਦੇ ਵਿੱਚ ਵੀ ਲਿੰਕ ਹੈਗਾ, ਕਿਉਂਕਿ ਬ੍ਰੈਂਡਕੋ ਕੰਪਨੀ ਇੱਥੇ ਵੀ ਹੈਗੀ ਹੈ ਤੇ ਦਿੱਲੀ ਵੀ ਹੈਗੀ। ਇਹਨਾਂ ਸਾਰਿਆਂ ਨੂੰ ਜਦ ਅਰੈਸਟ ਕੀਤਾ ਜਾਂਦਾ ਹੈ ਤੇ ਗੱਲਾਂ ਅੱਗੇ ਤੁਰਦੀ ਹੈ। ਵਿਜੇ ਨਾਇਰ ਨੂੰ ਅਰੈਸਟ ਕਰਨ ਤੋਂ ਬਾਅਦ ਹਜੇ ਤੱਕ ਜ਼ਮਾਨਤ ਨਹੀਂ ਮਿਲੀ, ਲੇਕਿਨ ਸਮੀਰ ਮਹਿੰਦਰੂ ਤੋਂ ਲੈ ਕੇ 5-7 ਹੋਰ ਲੋਕ ਜਿਹੜੇ ਇੱਕ ਤਰੀਕੇ ਨਾਲ ਸੂਤਰਧਾਰ ਬਣੇ ਸਬੂਤ ਦੇਣ ਦੇ ਮਾਮਲੇ ਦੇ ਵਿੱਚ, ਉਹਨਾਂ ਦੀ ਬੇਲ ਹੋ ਜਾਂਦੀ ਹੈ ਔਰ ਉਹਨਾਂ ਦੀ ਬੇਲ ਨੂੰ ਆਬਜੈਕਸ਼ਨ ਵੀ ਨਹੀਂ ਕਰਦੀ, ਅਪੋਜ਼ ਵੀ ਨਹੀਂ ਕਰਦੀ ਸੀਬੀਆਈ। ਇਹ ਸਾਰੀ ਗੱਲ ਉਸ ਪਾਸੇ ਹੀ ਤੁਰ ਰਹੀ ਹੈ। ਹੁਣ ਅੱਗੇ ਚੱਲ ਕੇ ਇਹਨਾਂ ਦੀ ਮੁਸ਼ਕਿਲਾਂ ਵੱਧ ਸਕਦੀ ਹੈ, ਪਰ ਕਿੰਨੀ ਕੁ ਇਹ ਮੁਸ਼ਕਿਲਾਂ ਵੱਧਦੀ ਹੈ ਇਹ ਇੱਕ ਦੇਖਣ ਵਾਲੀ ਗੱਲ ਹੈਗੀ ਹੈ। ਪਰ ਹਾਂ, ਇਹਦੇ ਵਿੱਚ ਪੋਲਿਟਿਕਸ ਤੇ ਹੋ ਰਹੀ ਹੈ। ਭਾਜਪਾ ਕੱਟੜ ਇਮਾਨਦਾਰ ਪਾਰਟੀ ਨੂੰ ਕਿਸ ਤਰੀਕੇ ਨਾਲ ਇਸ ਤਰੀਕੇ ਨਾਲ ਅੱਗੇ ਲੈ ਕੇ ਜਾ ਰਹੀ ਹੈ ਕਿ ਵੀ ਜਿਹੜੀ ਕੱਟੜ ਇਮਾਨਦਾਰ ਪਾਰਟੀ ਹੈ ਉਹ ਕਰਪਸ਼ਨ ਦੇ ਉਹਨਾਂ ਚਾਰजेस ਦੇ ਉੱਤੇ ਗੱਲ ਨਹੀਂ ਕਰ ਰਹੀ। ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਨੂੰ ਅਪੋਜ਼ ਕਰਨ ਦੇ ਮੁੱਦੇ ਦੇ ਉੱਤੇ ਕਦੀ ਵੀ ਆਮ ਆਦਮੀ ਪਾਰਟੀ ਨੇ ਇਹ ਨਹੀਂ ਕਿਹਾ ਕਿ ਇਹ ਆਰੋਪ ਗਲਤ ਨੇ। ਉਹ ਇਹ ਜ਼ਰੂਰ ਕਹਿੰਦੇ ਨੇ, ਦੇਖੋ ਜੀ ਸਿੱਖਿਆ ਮੰਤਰੀ ਕਿੰਨਾ ਵਧੀਆ ਕੰਮ ਕਰ ਰਹੇ ਸੀਗੇ ਔਰ ਉਹਨਾਂ ਦੇ ਵਧੀਆ ਕੰਮ ਕਰਨ ਤੋਂ ਬਾਅਦ, ਯਾਨੀ ਸਿੱਖਿਆ ਦੇ ਵਿੱਚ ਵਧੀਆ ਕੰਮ ਕੀਤਾ, ਇਸ ਕਰਕੇ ਉਹਨਾਂ ਨੂੰ ਫੜਿਆ ਜਾ ਰਿਹਾ ਹੈ। ਇਹ ਗੱਲ ਦੂਜੇ ਪਾਸੇ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਰਾ ਗੇਮ ਨੈਰੇਟਿਵ ਸੈੱਟ ਕਰਨ ਦਾ ਹੀ ਹੈ ਜੀ। ਇਹ ਤੋਂ ਅੱਗੇ ਥੋੜਾ ਜਿਹਾ ਚੱਲੀਏ, ਹੁਣ ਮੈਨੂੰ ਲੱਗਦਾ ਕਾਫੀ ਹੋ ਗਿਆ। ਅੱਜ ਵਿਧਾਨ ਸਭਾ ਬਹਿਣੀ ਆ। ਇੰਦਰਪ੍ਰੀਤ ਜੀ, ਤੁਸੀਂ ਵੀ ਸਮੇਂ ਸਿਰ ਉੱਥੇ ਹਾਜ਼ਰੀ ਭਰਨੀ ਆ। ਮੈਨੂੰ ਪਤਾ ਤੁਸੀਂ ਟਲਣ ਵਾਲੇ ਤਾਂ ਹੈ ਨਹੀਂ। ਕੱਲ ਪ੍ਰੈਸ ਗੈਲਰੀ ਵੀ ਤੁਹਾਡੀ ਜਮਾ ਜੋੜ ਲਾਉਂਦੀ ਫਿਰਦੀ ਸੀ ਵੀ ਕਿਹਨੂੰ ਅੰਦਰ ਵਾੜਨਾ ਕਿਹਨੂੰ ਨਹੀਂ ਵਾੜਨਾ। ਉਹਦੇ ਵਿੱਚ ਕਈ ਤਰ੍ਹਾਂ ਦੀਆਂ ਮਦਾਖਲਤ ਹੁੰਦੀਆਂ ਨੇ ਵੀ ਨਹੀਂ ਆਹ ਨਵੇਂ ਬੰਦੇ ਵੀ ਪਾ ਲਓ, ਸਾਡੇ ਨਾਰਾਜ਼ ਨਾ ਹੋ ਜਾਣ। ਸੱਤਾਧਾਰੀ ਧਿਰ ਵੱਲੋਂ ਕੋਈ ਬੈਟਿੰਗ ਕਰ ਰਿਹਾ ਸੀ, ਕੋਈ ਕਿਸੇ ਦਾ ਮੀਡੀਆ ਮੈਨੇਜਰ ਲੱਗਿਆ ਹੋਇਆ ਸੀ। ਹੁਣ ਤੁਸੀਂ ਪਹੁੰਚਣਾ ਉੱਥੇ, ਸ਼ੁਰੂ ਕਿੱਦਾਂ ਹੋਣ ਵਾਲਾ ਜੀ? ਰੌਲੇ ਰੱਪੇ ਨਾ ਹੋਊਗਾ ਜੀ? ਜਾਂ ਅੰਦਰ ਜਾਣ ਤੋਂ ਪਹਿਲਾਂ ਹੀ ਬੰਦੇ ਕੋਈ ਮਾੜੀ ਵਾਰ ਗੱਲ ਕਰਕੇ ਜਾਣਗੇ ਕਿ ਜਾਂ ਗਵਰਨਰ ਦੇ ਭਾਸ਼ਣ ਨੂੰ ਚੁੱਪਚਾਪ ਸਾਰੇ ਸੁਣਨਗੇ? ਵੈਸੇ ਤਾਂ ਆਮ ਤੌਰ ਤੇ ਤਾਂ ਇਦਾਂ ਹੀ ਹੁੰਦਾ ਕਿ ਜਦੋਂ ਵੀ ਗਵਰਨਰ ਦਾ ਭਾਸ਼ਣ ਹੁੰਦਾ ਉਹਨਾਂ ਦਾ ਪੈਰਲਰ ਜਿਹੜੀ ਆਪੋਜੀਸ਼ਨ ਪਾਰਟੀ ਆ ਉਹ ਵੀ ਪੈਰਲਰ ਨਾਲ ਹੀ ਬੋਲਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਹੁਣ ਥੋੜਾ ਕਿਉਂਕਿ ਇਹਨਾਂ ਕੋਲ ਵੀ ਸੰਖਿਆ ਵੱਲ ਉਹਨਾਂ ਹੈ ਨਹੀਂ ਹੈ ਔਰ ਗਵਰਨਰ ਨਾਲ ਵੀ ਇਹਨਾਂ ਦੇ ਕੋਈ ਰਿਸ਼ਤੇ ਬਹੁਤੇ
ਮਾੜੇ ਨਹੀਂ ਹੈਗੇ ਓਪੋਜੀਸ਼ਨ ਦੇ, ਇਸ ਕਰਕੇ ਮੈਨੂੰ ਲੱਗਦਾ ਕਿ ਸ਼ਾਇਦ ਉਹ ਨਾ ਨਹੀਂ, ਪਰ ਕਰਨ, ਪਰ ਚੁੱਪਚਾਪ ਬੈਠ ਕੇ ਹੀ ਸੁਣ ਲੈਣ। ਇੰਦਰਪ੍ਰੀਤ ਜੀ, ਇਹ ਤਾਂ ਹੋ ਸਕਦਾ ਵੀ ਜੇ ਗਵਰਨਰ ਸਾਹਿਬ ਸਿਫਤਾਂ ਕਰਨ ਮੇਰੀ ਸਰਕਾਰ ਕਹਿ ਕੇ, ਤੇ ਬਾਜਵਾ ਸਾਹਿਬ ਉੱਠ ਕੇ ਕਹਿਣ ਜੀ ਸਭ ਸੈਟਲ ਹੋ ਗਿਆ, ਤੁਸੀਂ ਤਾਂ ਦੋਸ਼ ਲਾਏ ਸੀ ਇਹਨਾਂ ਤੇ ਜਵਾਬ ਜੇ ਆ ਗਏ, ਸਾਨੂੰ ਪਹਿਲਾਂ ਦੇ ਲਓ ਜੀ, ਫਿਰ ਇਕੱਠੇ ਹੀ ਸੁਣ ਲਾਂਗੇ ਤੁਹਾਨੂੰ, ਇਹ ਵੀ ਗੱਲਾਂ ਹੋ ਸਕਦੀਆਂ। ਆਮ ਤੌਰ ਤੇ ਵੈਸੇ ਮੈਂ ਬਾਜਵਾ ਸਾਹਿਬ ਨੂੰ ਜਿੰਨਾ ਕੁ ਜਾਣਦਾ, ਉਹ ਇਸ ਤਰ੍ਹਾਂ ਦਾ ਨਹੀਂ ਕਰਦੇ ਹੈਗੇ। ਉਹ ਚੰਗੇ ਵੱਡੇ ਪਾਰਲੀਮੈਂਟੇਰੀਅਨ ਨੇ, ਕਾਫੀ ਤਜਰਬਾ ਉਹਨਾਂ ਦਾ। ਉਹ ਗਵਰਨਰ ਨੂੰ ਕਦੀ ਵੀ ਅੰਬੈਰਸ ਨਹੀਂ ਕਰਦੇ। ਜਿਹੜੇ ਦੂਸਰੇ, ਕਈ ਵਾਰੀ ਮੈਂ ਦੇਖਿਆ ਦੂਜੀਆਂ ਓਪੋਜੀਸ਼ਨ ਪਾਰਟੀਆਂ 'ਚ ਕਰਦੇ ਰਹੇ ਆ ਲੋਕ ਇਸ ਤਰ੍ਹਾਂ ਖੜੇ ਹੋ ਕੇ ਆਪਣਾ ਪੈਰਲਰ ਭਾਸ਼ਣ ਕਰ ਦੇਣਾ, ਪਰ ਮੈਨੂੰ ਲੱਗਦਾ ਜਿੰਨੇ ਕੁ ਜਿਹੜੇ ਸਿਆਣੇ ਪੋਲੀਟੀਸ਼ੀਅਨ ਨੇ ਉਹ ਇਦਾਂ ਦਾ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੀ ਹੈ ਵੀ ਇਸ ਤੋਂ ਬਾਅਦ ਐਡਰੈਸ ਤੇ ਬਹਿਸ ਹੋਣੀ ਹੈ ਤੇ ਸਾਨੂੰ ਮੌਕਾ ਮਿਲਣਾ, ਅਸੀਂ ਜੋ ਕੁਝ ਕਹਿਣਾ ਹੈ ਅਸੀਂ ਉੱਥੇ ਕਵਾਂਗੇ। ਸੋ ਮੈਨੂੰ ਲੱਗਦਾ ਨਹੀਂ ਕਿ ਬਾਜਵਾ ਸਾਹਿਬ ਇਦਾਂ ਕਰਨਗੇ। ਹਾਂ, ਇਹ ਹੋ ਸਕਦਾ ਹੈ ਕਿ ਉਹਨਾਂ ਦੇ ਗਵਰਨਰ ਐਡਰੈਸ ਤੋਂ ਬਾਅਦ ਉਹ ਬਾਹਰ ਪ੍ਰੈਸ ਕਾਨਫਰੰਸ ਕਰਨ ਔਰ ਉਹ 'ਚ ਕਹਿਣ ਕਿ ਦੇਖੋ ਜੀ ਕਿਵੇਂ ਝੂਠ ਬੁਲਵਾਇਆ ਗਿਆ, ਆਹ ਵੀ ਝੂਠਾ, ਆਹ ਵੀ ਝੂਠਾ ਹੈ, ਤੁਸੀਂ ਖਬਰਾਂ ਪਹਿਲਾਂ ਹੀ ਪੜ੍ਹ ਰਹੇ ਹੋ, ਰੇਤਾ ਬਹੁਤ ਮਹਿੰਗਾ ਹੋ ਗਿਆ, ਐਕਸਾਈਜ਼ ਪਾਲਿਸੀ ਤੋਂ ਕੁਝ ਆ ਨਹੀਂ ਰਿਹਾ, ਇਸ ਤਰ੍ਹਾਂ ਦੀ ਚੀਜ਼ਾਂ ਉਹ ਕਰ ਸਕਦੇ ਆ। ਅਮਨ ਕਾਨੂੰਨ ਦੀ ਸਥਿਤੀ ਦੇਖੋ ਕਿੰਨੀ ਵਿਗੜੀ ਪਈ ਹੈ, ਇਹ ਤਾਂ ਕਰ ਸਕਦੇ ਆ, ਪਰ ਮੈਨੂੰ ਲੱਗਦਾ ਕਿ ਟੋਕਣਗੇ ਨਹੀਂ ਵਿੱਚ। ਮੈਂ ਬਾਜਵਾ ਸਾਹਿਬ ਦੀ ਇਸ ਲਿਆਕਤ ਨੂੰ ਨੇੜਿਓਂ ਜਾਣਦਾ ਹੈ, ਔਰ ਮੈਨੂੰ ਪਤਾ ਹੈ ਉਹਨਾਂ ਦੇ ਸੁਭਾਅ ਦਾ ਕਿ ਉਹ ਬਹੁਤ ਬਿਹਤਰ ਤਰੀਕੇ ਨਾਲ ਪੇਸ਼ ਆਉਂਦੇ, ਉਦਾਹਰਨ ਨਾਲ, ਠੀਕ ਹੈ ਜੀ, ਬਿਲਕੁਲ। ਲੇਕਿਨ ਕਈ ਵਾਰੀ ਪਰਿਸਥਿਤੀਆਂ ਇੰਜ ਦੀਆਂ ਵੀ ਹੁੰਦੀਆਂ ਕਿ ਤੁਹਾਨੂੰ ਆਪਣਾ ਆਪ ਦਿਖਾਉਣਾ ਪੈਂਦਾ। ਮੈਨੂੰ ਉਹ ਟੇਬਲ ਤੇ ਚੜੇ ਪਾਰਲੀਮੈਂਟ ਦੇ ਵਿੱਚ ਵੀ ਯਾਦ ਆਉਂਦੇ ਜਿੱਥੇ ਉਹਨਾਂ ਨੇ ਵਗਾ ਕੇ ਮਾਰਿਆ। ਸੋ ਕਦੀ ਤੁਹਾਨੂੰ ਆਪਣਾ ਆਪ ਦਿਖਾਉਣ ਲਈ, ਆਪਣੀ ਪਾਰਟੀ ਦੇ ਵਿੱਚ ਵਰਕਰਸ ਦੇ ਵਿੱਚ ਜੋਸ਼ ਭਰਨ ਲਈ, ਆਪਣੀ ਸਥਿਤੀ ਨੂੰ ਮਜ਼ਬੂਤੀ ਨਾਲ ਵਧਾਉਣ ਲਈ, ਆਪਣੀ ਪਾਰਟੀ ਨੂੰ ਦਿਖਾਉਣ ਲਈ ਇਹ ਕਰਨਾ ਪੈਂਦਾ। ਮੈਨੂੰ ਲੱਗਦਾ ਹੈ ਕਿ ਭਾਵੇਂ ਵਿਅੰਗ 'ਚ ਹੀ ਕਹਿਣ ਕਿ ਗਵਰਨਰ ਸਾਹਿਬ ਚਿੱਠੀ ਤੁਹਾਡੀ ਹੋਰ ਕਹਿੰਦੀ, ਐਡਰੈਸ ਤੁਹਾਡਾ ਹੋਰ ਕਹਿੰਦਾ। ਹਾਂ, ਮੈਂ ਉਹੀ ਗੱਲ ਕਰ ਰਿਹਾ ਕਿ ਸ਼ਾਇਦ ਹੋ ਸਕਦਾ ਕਿ ਇਹ ਕਹਿਣ, ਵੈਸੇ ਆਮ ਤੌਰ ਤੇ ਉਹਦੇ ਵਿੱਚ ਬੋਲਦੇ ਨਹੀਂ ਹੈ, ਜਦੋਂ ਗਵਰਨਰ ਬੋਲਦਾ ਹੁੰਦਾ ਤਾਂ ਨਹੀਂ ਬੋਲਦੇ, ਹੋ ਸਕਦਾ ਕਿ ਕਰ ਲੈਣ, ਜਿਵੇਂ ਤੁਸੀਂ ਕਿਹਾ ਕਿ ਉੱਤੇ ਲੋਕ ਸਭਾ 'ਚ ਚੜੇ ਹੋਏ ਸੀ ਸੀਟ ਦੇ ਉੱਪਰ, ਤੇ ਪਰ ਇਹਨੂੰ ਮੈਨੂੰ ਪੱਕਾ ਪਤਾ ਹੈ ਕਿ ਜਦੋਂ ਉਹ ਐਡਰੈਸ ਖਤਮ ਹੋ ਜਾਏਗਾ ਤੇ ਉਸ ਤੋਂ ਬਾਅਦ ਜਿਹੜੀ ਉਹ ਪ੍ਰੈਸ ਕਾਨਫਰੰਸ ਕਰਨਗੇ ਜਾਂ ਮੀਡੀਆ ਨਾਲ ਗੱਲ ਕਰਨਗੇ, ਉਹਦੇ ਵਿੱਚ ਇਹ ਜ਼ਰੂਰ ਕਹਿਣਗੇ ਕਿ ਜੋ ਬੋਲਿਆ ਗਿਆ ਉਹ ਬਿਲਕੁਲ ਕੋਰਾ ਝੂਠ ਹੈ, ਝੂਠ ਦੀ ਪੰਡ ਹੈ, ਕਿ ਜਿਹੜੇ ਵੀ ਸ਼ਬਦ ਉਹਨਾਂ ਨੂੰ ਆਣਗੇ ਉਹ ਕਹਿ ਲੈਣਗੇ। ਗਵਰਨਰ ਐਡਰੈਸ ਨੂੰ ਕੋਈ ਓਪੋਜੀਸ਼ਨ ਪਾਰਟੀ ਸਰਾਂਦੀ ਤਾਂ ਹੈ ਨਹੀਂ, ਮੈਂ ਤਾਂ ਅੱਜ ਤੱਕ ਕਦੀ ਦੇਖਿਆ ਨਹੀਂ, ਤੇ ਇਹ ਜ਼ਰੂਰ ਹੈ। ਪਰ ਦੂਜੀ ਗੱਲ ਇਹ ਕਿ ਦੂਜੀਆਂ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਕੋਲੇ ਤਾਂ ਸੰਖਿਆ ਵਾਲੀ ਨਹੀਂ ਹੈ। ਤੁਸੀਂ ਦੇਖੋ ਭਾਜਪਾ ਸਿਰਫ 2 ਤੇ ਹੈ, ਅਕਾਲੀ ਦਲ 3 ਤੇ ਹੈ, ਇੱਕ ਆਜ਼ਾਦ ਹੈ, ਤਾਂ ਮੈਨੂੰ ਲੱਗਦਾ ਕਿ ਉਹਨਾਂ ਕੋਲੇ ਵੀ ਕੋਈ ਇੰਨਾ ਸੰਖਿਆ ਬਲ ਹੈ ਨਹੀਂ ਹੈ ਕਿ ਆਪਣਾ ਕੋਈ ਵਿਰੋਧ ਉੱਥੇ ਇਹੋ ਜਿਹਾ ਜਤਾ ਸਕਣ। ਤੇ ਬਾਅਦ ਚ ਸਭ ਨੇ ਇਕੱਠਿਆਂ ਬੈਠ ਕੇ ਰਾਜਪਾਲ ਸਾਹਿਬ ਨਾਲ ਚਾਹ ਵੀ ਪੀਣੀ ਹੈ, ਤਾਂ ਇਸ ਤਰ੍ਹਾਂ ਦਾ ਮੌਕਾ ਦੇਣਗੇ ਨਹੀਂ ਬਾਜਵਾ ਸਾਹਿਬ। ਭਾਸਕਰ ਸਾਹਿਬ, ਵੈਸੇ ਉਂਝ ਇਸ ਸਦਨ ਦੇ ਵਿੱਚ ਕਿਹੜੇ ਵਿਅਕਤੀ ਵਿਰੋਧੀ ਧਿਰਾਂ ਵੱਲੋਂ ਤੁਹਾਨੂੰ ਲੱਗਦਾ ਇਸ ਵਾਰੀ ਚਰਚਾ ਚਾਹਣਗੇ? ਕਿਉਂਕਿ ਜਿਹੜੀਆਂ ਬਾਹਾਂ ਟੰਗਣ ਵਾਲੀ ਗੱਲ ਆ, ਉਹਦੇ ਬਹੁਤੇ ਬੰਦੇ ਹੁਣ ਹੈ ਨਹੀਂ ਉੱਥੇ, ਨਾ ਬਿਕਰਮ ਹੈ, ਨਾ ਨਵਜੋਤ ਸਿੰਘ ਸਿੱਧੂ ਹੈ, ਉਹ ਬੰਦੇ ਹਾਂ ਖਹਿਰਾ ਸਾਹਿਬ ਉੱਥੇ ਹੈਗੇ, ਪਰ ਖਹਿਰਾ ਸਾਹਿਬ ਆਪਣੇ ਚੰਗੇ ਭਾਸ਼ਣ ਲਈ ਜਾਣੇ ਜਾਂਦੇ ਆ, ਉਹ ਲੜਨਗੇ ਵੀ ਕਿਹਦੇ ਨਾਲ? ਵੈਸੇ ਉਹਨਾਂ ਦੇ ਗੁੱਸੇ ਗਿਲੇ ਸਾਰੇ ਹੀ ਆਮ ਆਦਮੀ ਪਾਰਟੀ ਨਾਲ ਹੈ। ਕਦੇ ਉਹ ਉਹਨਾਂ ਵੱਲੋਂ ਹੀ ਵਿਰੋਧੀ ਧਿਰ ਦੇ ਆਗੂ ਵਜੋਂ ਇਹਨਾਂ ਬੈਂਚਾਂ ਤੇ ਬੈਠਦੇ ਸੀ ਜਿੱਥੇ ਬਾਜਵਾ, ਹੁਣ ਉਹਨਾਂ ਨੂੰ ਬਾਜਵਾ ਦੀ ਅਗਵਾਈ 'ਚ ਬਹਿਣਾ ਪਊਗਾ। ਸੁਖਜਿੰਦਰ ਸਿੰਘ ਰੰਧਾਵਾ ਤਲਖ ਹੋ ਸਕਦੇ ਆ, ਉਹ ਉੱਚੀ ਬੋਲ ਵੀ ਸਕਦੇ ਆ ਤੇ ਉਹ ਤੱਤੇ ਵੀ ਹੋ ਸਕਦੇ ਆ। ਤੇ ਮੈਨੂੰ ਦੱਸਿਓ ਵੀ ਇਸ ਵਾਰੀ ਕੌਣ ਸਦਨ ਦੇ ਵਿੱਚ ਆਪਣਾ ਜਿਹੜਾ ਦਰਜ ਕਰਾਉਣਗੇ ਨਾਂ ਥਾਂ? ਵੈਸੇ ਨਾਂ ਥਾਂ ਵਾਲੀ ਗੱਲ ਦੇ ਉੱਤੇ ਜਿੰਨੇ ਵੀ ਤੁਸੀਂ ਨਾਂ ਲਿੱਤੇ ਨੇ, ਤਕਰੀਬਨ ਸਾਰੀ ਆਪੋਜੀਸ਼ਨ ਵਾਲੀ ਸਾਈਡ ਦੀ ਲਿਸਟ ਖਤਮ ਹੋ ਜਾਂਦੀ ਹੈ। ਹਾਂ, ਰੂਲਿੰਗ ਪਾਰਟੀ ਦੇ ਵਿੱਚ ਕੁਝ ਲੋਕ ਹੈਗੇ ਨੇ ਜਿਹੜੇ ਆਪਣੀ ਹੀ ਪਾਰਟੀ ਦੇ ਖਿਲਾਫ ਬੋਲਣ ਵਾਸਤੇ ਜਾਣੇ ਜਾਂਦੇ ਨੇ। ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਗੱਲ ਕਰੋ ਤੇ ਉਹ ਜ਼ਰੂਰ ਕੁਝ ਨਾ ਕੁਝ ਬੋਲਣਗੇ। ਜਿੱਥੇ ਤੱਕ ਗਵਰਨਰ ਐਡਰੈਸ ਹੈ, ਅੱਜ ਜਦ 11 ਵਜੇ ਗਵਰਨਰ ਸਾਹਿਬ ਉਸ ਐਡਰੈਸ ਨੂੰ ਬੋਲ ਰਹੇ ਹੋਣਗੇ, ਇਹ ਵੀ ਆਪਣੇ ਆਪ ਵਿੱਚ ਪੰਜਾਬੀਆਂ ਵਾਸਤੇ ਬੜੀ ਇੰਟਰਸਟਿੰਗ ਜੀ ਗੱਲ ਹੋਏਗੀ ਜਦ ਉਹ ਆਪਣੀ ਸਰਕਾਰ ਦੀ ਉਪਲਬਧੀਆਂ ਮੇਰੀ ਸਰਕਾਰ ਕਰਕੇ ਕਹਿ ਰਹੇ ਹੋਣਗੇ। ਉਹ ਵੀ ਤਦ ਜਦ ਗਵਰਨਰ ਸਾਹਿਬ ਦੇ ਵਿੱਚ ਔਰ ਮੁੱਖ ਮੰਤਰੀ ਦੇ ਵਿੱਚ ਜਿਹੜਾ ਚਿੱਠੀ ਵਾਲਾ ਵਿਵਾਦ ਸੀਗਾ, ਉਹ ਸੁਪਰੀਮ ਕੋਰਟ ਜਾ ਕੇ ਉਸ ਤਰੀਕੇ ਨਾਲ ਸੋਲਵ ਹੋਇਆ ਕਿ ਵੀ ਤੁਸੀਂ ਇਹਨਾਂ ਦੀ ਇੱਜ਼ਤ ਕਰਿਆ ਕਰੋ, ਤੁਸੀਂ ਇਹਨਾਂ ਦੀ ਇੱਜ਼ਤ ਕਰਿਆ ਕਰੋ। ਲੇਕਿਨ ਹੁਣ ਉਹ ਇੱਜ਼ਤ ਵਿਧਾਨ ਸਭਾ ਦੇ ਵਿੱਚ ਕਿਸ ਤਰੀਕੇ ਨਾਲ ਨਜ਼ਰ ਆਉਂਦੀ ਹੈ? ਹਾਲਾਂਕਿ ਆਪੋਜੀਸ਼ਨ ਪਾਰਟੀ ਜਾਂ ਰੂਲਿੰਗ ਪਾਰਟੀ ਜਦ ਗਵਰਨਰ ਐਡਰੈਸ ਕਰ ਰਹੇ ਹੁੰਦੇ ਆ, ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਇੰਟਰਵੈਂਸ਼ਨ ਅਲਾਉਡ ਹੀ ਨਹੀਂ ਹੁੰਦੀ। ਔਰ ਇਸ ਗਵਰਨਰ ਐਡਰੈਸ ਦੇ ਉੱਤੇ ਜਿਹੜੀ ਡਿਬੇਟ ਹੋਣੀ ਹੈ ਉਹ ਮਾਰਚ 6 ਨੂੰ ਹੋਣੀ ਹੈ। ਅੱਜ ਉਸ ਤਰੀਕੇ ਦੀ ਕੋਈ ਵੀ ਡਿਬੇਟ ਨਹੀਂ ਹੋਣੀ। 6 ਤਰੀਕ ਨੂੰ ਗਵਰਨਰ ਐਡਰੈਸ ਦੇ ਮੁੱਦੇ ਦੇ ਉੱਤੇ ਕੌਣ ਕਿੰਨੀ ਕੁ ਗੱਲਾਂ ਕਰਦਾ ਹੈ ਉਹ ਤੇ ਉਸ ਦਿਨ ਪਤਾ ਲੱਗੇਗਾ। ਪਰ ਹਾਂ, ਅੱਜ ਜਦ ਗਵਰਨਰ ਸਾਹਿਬ ਕਹਿ ਰਹੇ ਹੋਣਗੇ ਨਾ ਮੇਰੀ ਸਰਕਾਰ,
ਔਰ ਉਹਦੇ ਵਿੱਚ ਤਮਿਲਨਾਡੂ ਦੀ ਤਰਜ਼ ਦੇ ਉੱਤੇ ਕੁਝ ਇੱਧਰ ਉੱਧਰ ਗੱਲਾਂ ਕਰ ਦਿੰਦੇ ਨੇ। ਤੇ ਇਹ ਇੱਕ ਵੱਡੀ ਖਬਰ ਜ਼ਰੂਰ ਸ਼ਾਮ ਤੱਕ ਬਣ ਜਾਏਗੀ ਜੇ ਗਵਰਨਰ ਸਾਹਿਬ ਨੇ ਉਹਦੇ ਵਿੱਚੋਂ ਕੁਝ ਪੜਿਆ, ਕੁਝ ਐਡ ਕੀਤਾ, ਕੁਝ ਡਿਲੀਟ ਕੀਤਾ, ਕੁਝ ਨਹੀਂ ਪੜਿਆ, 4 ਲਾਈਨਾਂ ਛੱਡ ਗਏ ਤੇ 4 ਲਾਈਨਾਂ ਐਡ ਕੀਤੀ। ਇਹ ਦੇਖਣ ਵਾਲੀ ਗੱਲ ਹੋਏਗੀ ਜਦ ਪੰਜਾਬੀਆਂ ਵਾਸਤੇ ਇੱਕ ਬੜੀ ਇੰਪੋਰਟੈਂਸ ਰੱਖਣ ਵਾਲੀ ਗੱਲ ਹੋਏਗੀ। ਹਾਂਜੀ ਇੰਦਰਪ੍ਰੀਤ ਜੀ, ਕੋਈ ਐਸੀ ਕਨਸੋ ਹੈਗੀ ਆ? ਤੁਸੀਂ ਤਾਂ ਉੱਥੇ ਹੀ ਘੁੰਮਦੇ ਫਿਰਦੇ ਰਹੇ ਸੱਤਾ ਦੇ ਗਲਿਆਰਿਆਂ 'ਚ, ਗਵਰਨਰ ਹਾਊਸ ਵੱਲ ਵੀ ਝਾਤੀ ਗਈ ਹੋਊਗੀ, ਕੁਝ ਅੰਦਰੋਂ ਸਰਕਾਰ ਦੇ ਅੰਦਰੇ ਡਰ ਹੈਗਾ ਵੀ ਕੁਝ ਉਲਟਾ ਸਿੱਧਾ ਵੀ ਹੋ ਸਕਦਾ? ਦੇਖੋ ਇਸ ਟਾਈਮ ਇਹ 6-7 ਗਵਰਨਰਾਂ ਨੇ ਕੀਤਾ ਤਾਂ ਹੈਗਾ ਇਹ, ਮਤਲਬ ਉਹ, ਲੇਕਿਨ ਬਨਵਾਰੀ ਲਾਲ ਪੁਰੋਹਿਤ ਤੋਂ ਇਸ ਤਰ੍ਹਾਂ ਦੀ ਆਸ ਹੈ ਨਹੀਂ, ਮੈਨੂੰ ਨਹੀਂ ਹੈ ਘੱਟੋ ਘੱਟ, ਕਿਉਂਕਿ ਉਹਨਾਂ ਦਾ ਬਿਹੇਵ ਇਸ ਤਰ੍ਹਾਂ ਦਾ ਨਹੀਂ ਹੈ। ਉਹ ਬੜਾ ਪਾਰਲੀਮੈਂਟੇਰੀਅਨ ਤਰੀਕੇ ਨਾਲ ਹੀ ਚੱਲਣਾ ਚਾਹੁੰਦੇ ਆ। ਜਿਹੜੇ ਤੁਸੀਂ ਦੇਖੋ ਉਹਨਾਂ ਨੇ ਲੈਟਰਸ ਵੀ ਲਿਖਿਆ, ਤੁਸੀਂ ਦੇਖੋ ਬੜਾ ਇੱਕ ਨੁਕਤਾ ਉਹਨਾਂ ਨੇ ਇੱਕ ਜਿਹੜੀ ਧਾਰਾ ਹੈਗੀ ਆ ਉਹ ਕੋਟ ਕਰਕੇ ਲੈਟਰ ਲਿਖੇ ਹੈ। ਮਤਲਬ ਮੈਨੂੰ ਨਹੀਂ ਲੱਗਦਾ ਕਿ ਉਹ ਉਸ ਤੋਂ ਬਾਹਰ ਜਾਣਗੇ। ਹਾਂ, ਜਿਹੜਾ ਕਿਹਾ ਕਿ ਛੱਡ ਜਾਣਗੇ, ਦੇਖੋ ਛੱਡਣ ਦੀ ਉਹਨਾਂ ਕੋਲੇ ਅਧਿਕਾਰ ਹੈਗਾ। ਉਹ ਜਦੋਂ ਟੇਬਲ ਹੋ ਜਾਂਦਾ ਕਰ ਦਿੰਦੇ ਆ ਉਹ, ਤਾਂ ਪੜਿਆ ਲਿਖਿਆ ਹੀ ਸਮਝਿਆ, ਚਾਹੇ ਉਹ ਇੱਕ ਸ਼ਬਦ ਹੀ ਕਿਉਂ ਨਾ ਬੋਲਣ, ਸਾਰਾ ਗਵਰਨਰ ਐਡਰੈਸ ਪੜਿਆ ਹੋਇਆ ਹੀ ਸਮਝਿਆ ਜਾਊਗਾ। ਛੱਡਣ ਦਾ ਮੈਨੂੰ ਨਹੀਂ ਹੈ, ਲੇਕਿਨ ਹਾਂ ਅਗਰ ਉਹ ਕੁਝ ਐਡ ਕਰਦੇ ਆ ਫਿਰ ਉਹ ਵੱਡੀ ਖਬਰ ਹੋਏਗੀ। ਅਗਰ ਕੁਝ ਐਡ ਕਰਦੇ, ਐਡ ਨਹੀਂ ਕੀਤਾ ਜਾ ਸਕਦਾ, ਗਵਰਨਰ ਆਪਣੇ ਕੋਲੋਂ ਇੱਕ ਸ਼ਬਦ ਵੀ ਐਡ ਨਹੀਂ ਕਰ ਸਕਦਾ, ਪਰ ਛੱਡ ਸਕਦਾ। ਜਿਵੇਂ ਭਾਸਕਰ ਸਾਹਿਬ ਨੇ ਕਿਹਾ ਨਾ ਵੀ ਕਿੰਨਾ ਕੁਝ ਛੱਡਦੇ ਆ, ਛੱਡਣ ਦਾ ਭਾਸਕਰ ਸਾਹਿਬ ਆਲਰੇਡੀ ਪ੍ਰੋਵੀਜ਼ਨ ਹੈਗਾ। ਉਹ ਕਈ ਵਾਰ ਛੱਡਦੇ ਆ ਵੀ ਪੈਰਾ ਨੰਬਰ ਇੰਨੇ ਤੋਂ ਲੈ ਕੇ ਇੰਨਾ ਪੜਿਆ ਸਮਝਿਆ ਜਾਏ, ਫਿਰ ਮੈਂ ਹੁਣ ਇੰਨੇ ਪੈਰੇ ਤੇ ਆ ਰਿਹਾ, ਤੇ ਉਹਦਾ ਨਹੀਂ ਹੈਗਾ, ਐਡ ਨਹੀਂ ਕੀਤਾ ਜਾ ਸਕਦਾ ਉਹਦੇ ਚ। ਇਹ ਇੰਜ ਵੀ ਹੋ ਸਕਦਾ ਵੀ ਗਵਰਨਰ ਸਾਹਿਬ ਆਉਣ ਤੇ ਪਹਿਲੀਆਂ 2 ਲਾਈਨਾਂ ਪੜਨ ਤੋਂ ਬਾਅਦ ਕਹਿਣ ਵੀ ਤੁਸੀਂ ਹੁਣ ਬਾਕੀ ਨੂੰ ਪੜਿਆ ਹੀ ਸਮਝ ਲਓ ਤੇ ਮੈਂ ਆਖਰੀ ਲਾਈਨ ਬੋਲਣ ਲੱਗਿਆ। ਇਹ ਰਾਈਟ ਹੈਗਾ, ਇਹ ਰਾਈਟ ਹੈਗਾ ਉਹਨਾਂ ਕੋਲੇ, ਇਹ ਰਾਈਟ ਹੈਗਾ ਦੋ ਮੌਕਾ ਨਾ ਮਿਲੇ ਜਿਆਦੀ ਵਾਰ। ਨਹੀਂ, ਇਹ ਰਾਈਟ ਹੈਗਾ ਉਹਨਾਂ ਕੋਲੇ ਕਿ ਉਹ ਆਪਣਾ 2 ਲਾਈਨਾਂ ਪੜਨ ਔਰ ਕਿਹਾ ਜਾਏ ਕਿ ਵੀ ਮੇਰਾ ਸਾਰਾ ਭਾਸ਼ਣ ਜਿਹੜਾ ਹੈ ਉਹ ਪੜਿਆ ਸਮਝਿਆ ਜਾਏ, ਇੰਨਾ ਹੋ ਸਕਦਾ। ਗਵਰਨਰ ਸਾਹਿਬ ਦਾ ਗੁੱਸਾ ਅੱਜ ਵੱਧ ਜਾਏਗਾ, ਇਸ ਗੱਲ ਦਾ ਆਗਾਜ਼ ਤੇ ਹੈਗਾ, ਕਿਉਂਕਿ ਜਿਹੜਾ ਉਹਨਾਂ ਨੇ ਨੰਬਰ 1 ਤੇ ਮੁੱਦਾ ਚੁੱਕਿਆ ਸੀ ਨਾ ਕਿ ਪ੍ਰਿੰਸੀਪਲ ਜਿਹੜੇ ਤੁਸੀਂ ਸਿੰਗਾਪੁਰ ਭੇਜੇ ਸੀ ਉਹਦੀ ਨਿਯੁਕਤੀਆਂ ਦਾ ਪ੍ਰੋਸੀਜਰ ਕੀ ਸੀ, ਕਿ ਮਾਪਦੰਡ ਕੀ ਸੀਗਾ, ਹਜੇ ਤੇ ਉਸ ਗੱਲ ਦਾ ਜਵਾਬ ਤੇ ਗਵਰਨਰ ਸਾਹਿਬ ਨੂੰ ਨਹੀਂ ਮਿਲਿਆ। ਸਰਕਾਰ ਨੇ ਅਗਲਾ ਬੈਚ ਭੇਜਣ ਦੀ ਤਿਆਰੀ ਕਰ ਲਈ ਔਰ ਕੱਲ ਅਗਲਾ ਬੈਚ ਉਹਨਾਂ ਹੀ ਪ੍ਰਿੰਸੀਪਲਾਂ ਦਾ, ਉਹਨਾਂ ਮਤਲਬ ਪ੍ਰਿੰਸੀਪਲਾਂ ਦਾ ਜਾ ਰਿਹਾ ਤੇ ਗਵਰਨਰ ਸਾਹਿਬ ਨੂੰ ਹਜੇ ਤੱਕ ਨਹੀਂ ਦੱਸਿਆ ਕਿ ਵੀ ਇਹਦਾ ਮਾਪਦੰਡ ਕੀ ਸੀ, ਕਿਉਂਕਿ ਸਵਾਲ ਨੰਬਰ 1 ਗਵਰਨਰ ਸਾਹਿਬ ਦਾ ਇਹੀ ਸੀਗਾ। ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਗਵਰਨਰ ਸਾਹਿਬ ਜਦ ਐਡਰੈਸ ਦੇ ਰਹੇ ਹੋਣਗੇ ਔਰ ਉਹ ਲੀਗਲ ਕੰਸਲਟੇਸ਼ਨ ਦੀ ਵੀ ਗੱਲ ਉਹਨਾਂ ਨੇ ਕੀਤੀ ਸੀਗੀ, ਪਰ ਉਹਦੀ ਪਰਵਾਹ ਕੀਤੇ ਬਗੈਰ ਸਰਕਾਰ ਪ੍ਰਿੰਸੀਪਲਾਂ ਨੂੰ ਲੈ ਕੇ ਇੱਕ ਬੈਚ ਹੋਰ ਤੋਰਨ ਵਾਸਤੇ ਤਿਆਰ ਹੈ। ਕੱਲ ਭਗਵੰਤ ਮਾਨ ਉਹਨਾਂ ਜੀ ਗੁਲਾਬੀ ਕੋਟ ਪਾ ਕੇ ਉਹਨਾਂ ਪ੍ਰਿੰਸੀਪਲਾਂ ਨੂੰ ਮਿਲ ਵੀ ਰਹੇ ਸੀ ਔਰ ਇੱਕ ਵਧਾਈ ਵਾਲਾ ਮਾਹੌਲ ਵੀ ਸੀਗਾ, ਪਰ ਗਵਰਨਰ ਸਾਹਿਬ ਦੀ ਚਿੱਠੀ ਦਾ ਕੀ ਬਣਿਆ, ਉਹਨਾਂ ਦੇ ਲੀਗਲ ਕੰਸਲਟੇਸ਼ਨ ਦਾ ਕੀ ਬਣਿਆ? ਹੁਣ ਗਵਰਨਰ ਸਾਹਿਬ ਨੂੰ ਸੁਪਰੀਮ ਕੋਰਟ ਨੇ ਤੇ ਕਹਿ ਦਿੱਤਾ ਵੀ ਤੁਸੀਂ ਸੈਸ਼ਨ ਰੋਕ ਨਹੀਂ ਸਕਦੇ, ਪਰ ਨਾਲ ਦੇ ਨਾਲ ਮੁੱਖ ਮੰਤਰੀ ਨੂੰ ਵੀ ਤੇ ਇਹ ਗੱਲ ਕਹੀ ਸੀ ਨਾ ਵੀ ਤੁਸੀਂ ਇਹਨਾਂ ਦੀ ਗੱਲਾਂ ਦਾ ਸਾਰਾ ਜਵਾਬ ਦਿਓ, ਕਿਉਂਕਿ ਆਰਟੀਕਲ 167 ਦੇ ਹਿਸਾਬ ਨਾਲ ਤੁਹਾਨੂੰ ਦੇਣੇ ਪੈਣਗੇ, ਪਰ ਉਹ ਗੱਲਾਂ ਤੇ ਉੱਥੇ ਦੀ ਉੱਥੇ ਹੈ। ਗਵਰਨਰ ਸਾਹਿਬ ਅੱਜ ਐਡਰੈਸ ਕਹਿ ਰਹੇ ਹੋਣਗੇ, ਪਰ ਇਸ ਗੱਲ ਦਾ ਤੇ ਗੁੱਸਾ ਚੜਿਆ ਹੋਏਗਾ ਨਾ ਕਿ ਵੀ ਇਹ ਤੇ ਮੇਰੀ ਗੱਲ ਦਾ ਜਵਾਬ ਦੇਣ ਦੀ ਬਜਾਏ ਉਹਨਾਂ ਮੁੱਦਿਆਂ ਦੇ ਉੱਤੇ ਹੀ ਅੱਗੇ ਵੱਧਦੇ ਨਜ਼ਰ ਆ ਰਹੇ ਹੈ ਜਿਨ੍ਹਾਂ ਮੁੱਦਿਆਂ ਦੇ ਉੱਤੇ ਮੈਨੂੰ ਆਬਜੈਕਸ਼ਨ ਸੀਗਾ। ਹੋ ਸਕਦਾ ਕੱਲ ਵੀਕੇ ਜੰਜੂਆ ਸਾਹਿਬ ਸ਼ਾਮੀ ਮਿਲ ਆਏ ਹੁਣ, ਜਵਾਬ ਦੇ ਆਏ ਹੁਣ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀ ਨਾ ਤੁਹਾਡਾ ਕੋਈ ਸੈਕਟਰੀ ਚਲੇ ਜੇ, ਜਾਂ ਹੋ ਸਕਦਾ ਇਹ ਵੇਨੂ ਪ੍ਰਸ਼ਾਦ ਹੀ ਚਲੇ ਗਏ ਹੁਣ ਪ੍ਰਿੰਸੀਪਲ ਸੈਕਟਰੀ ਟੂ ਸੀਐਮ। ਹੋ ਸਕਦਾ ਗਵਰਨਰ ਸਾਹਿਬ ਨੂੰ ਕੱਲ ਸਾਰੇ ਸਵਾਲਾਂ ਦੇ ਜਵਾਬ, ਨਾਲੇ ਚਾਹ ਪੀਤੀ ਹੋਵੇ, ਨਾਲੇ 4 ਗੱਲਾਂ ਵੀ ਸੁਣ ਆਏ ਹੁਣ ਉੱਥੋਂ ਵੀ ਤੁਸੀਂ ਹੁਣ ਵੀ ਤਾਂ ਆਏ ਪਹਿਲਾਂ ਦੇ ਦਿੰਦੇ। ਅੱਛਾ ਚਲੋ ਇਹਨੂੰ ਵੀ ਛੱਡ ਦਿੰਦੇ, ਮੈਨੂੰ ਤਾਂ ਮੁੱਖ ਮੰਤਰੀ ਸਾਹਿਬ ਦੇ ਉੱਤੇ ਆ ਰਿਹਾ। ਵੈਸੇ ਤਾਂ ਹੈ ਚਲੋ ਚੰਗੇ ਬੰਦੇ, ਸਾਡੇ ਵਰਗੇ ਪਿੰਡਾਂ ਚ ਆਉਂਦੇ ਨੇ, ਮੁਸ਼ਕਲ ਹਾਲਾਤਾਂ ਦੇ ਵਿੱਚ ਪਰਵਰਿਸ਼ ਹੁੰਦੀ ਆ, ਉਹਨਾਂ ਨੂੰ ਪਤਾ ਤਕਲੀਫਾਂ ਦਾ, ਪਰ ਜੇ ਮੰਨ ਲਓ ਆ ਜਿਹੜੇ ਪ੍ਰਿੰਸੀਪਲ ਜਾਂ ਮੁੱਖ ਅਧਿਆਪਕ ਇਹਨਾਂ ਨੂੰ ਹਰੀ ਝੰਡੀ ਦਾ ਕੰਮ ਬੈਂਸ ਸਾਹਿਬ ਨੂੰ ਦੇ ਦਿੰਦੇ, ਹਰਜ ਕੀ ਸੀ? ਅਗਲਾ ਪੋਰਟਫੋਲੀਓ ਉਹਨਾਂ ਕੋਲ ਹੈ, ਪਿਛਲੀ ਵਾਰੀ ਵੀ ਹਰੀ ਝੰਡੀ ਦੇਣ ਦੀ ਸਾਰੀ ਆਪਣੇ ਕੋਲ ਰਸਮ ਲੈ ਲਈ, ਫੋਟੋਆਂ ਸਾਰੀਆਂ ਆਪ ਖਿਚਾਈ ਜਾਂਦੇ, ਫਿਰ ਮਹਿਕਮਾ ਕਾਹਤੋਂ ਦੇਣਾ? ਜੇ ਮੇਰੇ ਕੋਲ ਮਹਿਕਮਾ ਹੁੰਦਾ ਮੈਂ ਤੇ ਲੜ ਪੈਣਾ ਸੀ ਮੁੱਖ ਮੰਤਰੀ ਸਾਹਿਬ ਨਾਲ ਵੀ ਏਡੀ ਕਿਹੜੀ ਗੱਲ ਆ, ਤੁਹਾਡੀਆਂ ਤੇ ਥਾਂ ਫੋਟੋਆਂ ਲੱਗਦੀਆਂ, ਰੋਜ਼ ਅਖਬਾਰਾਂ ਦੇ ਪੰਨੇ ਤੇ ਲੱਗੀਆਂ ਹੁੰਦੀਆਂ, ਹਰ ਥਾਂ ਕੰਮ ਬੋਲਦਾ, ਤੇ ਮੇਰੀ ਤਾਂ ਇੱਕ ਹੀ ਬਣਨੀ ਸੀ ਮਜ਼ਾ। ਚਲੋ ਮੈਂ ਇੱਥੇ ਵੀ ਨਹੀਂ ਜਾਂਦਾ। ਇੰਦਰਪ੍ਰੀਤ ਜੀ ਅਗਲੀ ਖਬਰ ਜ਼ਰੂਰ ਲੈ ਲਈਏ ਜਿਹੜੀ ਆ ਨਸ਼ਿਆਂ ਵਾਲੀ ਹੈ, ਤੇ ਫਿਰ ਕ੍ਰੌਪ ਇੰਸ਼ੋਰੈਂਸ ਤੇ ਦੋਨਾਂ ਤੇ ਬਹੁਤ ਸੰਖੇਪ ਚ ਚੱਲਦੇ ਆ ਕਿਉਂਕਿ ਕਾਫੀ ਸਮਾਂ ਹੋ ਗਿਆ। ਦੇਖੋ ਇਹ ਕੱਲ ਇੱਕ ਜਿਹੜੇ NGO ਹੈਗੇ ਹੈ ਲੁਧਿਆਣਾ ਦਾ, ਇੱਕ ਜਿਹੜਾ NGO ਹੈ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਜਿਹੜਾ ਚੂਰਾ ਪੋਸਟ ਔਰ ਅਫੀਮ, ਇਹਨੂੰ ਜਿਹੜਾ ਹੈਗਾ
ਰਾਸ਼ਨਿੰਗ ਕਰਕੇ ਇਹਦੀ ਮਤਲਬ ਇਹ ਜ਼ਰੂਰ ਉਹਨਾਂ ਨੂੰ ਦੇਣਾ ਚਾਹੀਦਾ। ਜੇ ਕੋਈ ਨਸ਼ੇ ਦੇ ਆਦੀ ਹੈਗੇ ਹੈ ਤਾਂ ਉਹਨਾਂ ਨੂੰ ਇਹ ਵਾਲਾ ਨਸ਼ਾ ਉਪਲਬਧ ਕਰਾਉਣਾ ਚਾਹੀਦਾ ਹੈ, ਕਿਉਂਕਿ ਜਿਹੜਾ ਸਿੰਥੈਟਿਕ ਨਸ਼ਾ ਉਹ ਲੈ ਰਹੇ ਹੈ ਉਹਦੇ ਨਾਲ ਬਹੁਤ ਸਾਰੀਆਂ ਨਪੁੰਸਕਤਾ ਦੀਆਂ, ਮਾਨਸਿਕ ਹੋਰ ਸਰੀਰਕ, ਉਹ ਬਹੁਤ ਜ਼ਿਆਦਾ ਆ ਰਹੀਆਂ ਤੇ ਉਹ ਬਹੁਤ ਜਲਦੀ ਡੈਥ ਹੋ ਜਾਂਦੀ ਹੈ। ਉਹਨਾਂ ਨੇ ਡਾਟਾ ਵੀ ਦਿੱਤਾ ਕਿ ਦੇਖੋ ਜਿਹੜੇ ਬੰਦੇ ਪਹਿਲਾਂ ਇਹ ਲੈਂਦੇ ਰਹੇ ਆ ਚੂਰਾ ਪੋਸਟ ਜਾਂ ਅਫੀਮ ਵਗੈਰਾ ਲੈਂਦੇ ਰਹੇ ਆ, ਉਹਨਾਂ ਨੂੰ ਜਾਨੀ ਨੁਕਸਾਨ ਕਦੇ ਨਹੀਂ ਹੋਇਆ ਔਰ ਕੰਮਕਾਰ ਕਰਦੇ ਰਹੇ ਆ। ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਕਾਰੋਬਾਰ ਦੇ ਵਿੱਚ ਸ਼ਾਮਲ ਨੇ, ਸਿੰਥੈਟਿਕ ਡਰੱਗ ਦੇ ਵਿੱਚ ਸ਼ਾਮਲ ਨੇ, ਉਹੀ ਇਹ ਲੋਕ ਨੇ ਜੋ ਇਸ ਆਰਗੈਨਿਕ ਨਸ਼ੇ ਨੂੰ ਜਿਹੜਾ ਹੈਗਾ ਉਹ ਬੰਦ ਕਰਵਾਉਂਦੇ ਆ, ਇਹ ਕਹਿ ਕੇ ਕਿ ਜੀ ਇਹ ਨਸ਼ਾ ਹੈ। ਤਾਂ ਉਹ ਜਦੋਂ ਬੰਦ ਕਰਵਾਉਂਦੇ ਆ ਤਾਂ ਹੀ ਕਰਾਂਦੇ ਕਿਉਂਕਿ ਉਹ ਬਹੁਤ ਬਲਕੀ ਹੈ। ਤੁਸੀਂ ਦੇਖੋ ਚੂਰਾ ਪੋਸਟ ਇੰਨੀ ਜ਼ਿਆਦਾ, ਉਹਦੀ ਅਮਾਊਂਟ ਦੇਖੋਗੇ ਤਾਂ ਕੁਝ ਵੀ ਨਹੀਂ ਹੁੰਦੀ, ਪਰ ਉਹਦੇ ਮੁਕਾਬਲੇ 'ਚ ਹੈਰੋਇਨ ਬਿਲਕੁਲ ਇੱਕ ਪੁੜੀ ਵੀ ਲੱਖਾਂ ਰੁਪਏ ਦੀਆਂ ਜਾਂ ਕਰੋੜਾਂ ਰੁਪਏ ਦੀਆਂ ਪਹੁੰਚ ਸਕਦੀਆਂ ਨੇ, ਕਿਲੋ ਕਰੋੜਾਂ ਰੁਪਏ ਦਾ ਪਹੁੰਚ ਸਕਦਾ ਹੈ। ਉਹ 'ਚ ਕਾਰੋਬਾਰ ਕਰਨਾ ਸੌਖਾ ਹੈ, ਪੈਸਾ ਆਉਣਾ ਸੌਖਾ ਹੈ, ਤਾਂ ਇਸ ਕਰਕੇ ਉਹ ਉਸ ਨਸ਼ੇ ਨੂੰ ਜ਼ਿਆਦਾ ਤਰਜੀਹ ਦਿੰਦੇ ਰਹਿੰਦੇ ਆ। ਮੈਨੂੰ ਲੱਗਦਾ ਜਿਹੜਾ ਕੱਲ ਉਹਨਾਂ ਨੇ ਇਹ ਸਵਾਲ ਉਠਾਇਆ ਹੈਗਾ ਉਹ ਕੁਝ ਹੱਦ ਤੱਕ ਠੀਕ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਨਸ਼ਾ ਤਾਂ ਹੋਣਾ ਹੀ ਚਾਹੀਦਾ, ਪਰ ਜੇ ਤੁਸੀਂ ਨਸ਼ੇ 'ਚ ਗਏ ਹੋਏ ਬੰਦਿਆਂ ਨੂੰ ਵਾਪਸ ਲੈ ਕੇ ਆਣਾ ਹੈ ਤਾਂ ਉਹ ਡੋਜ਼ ਘਟਾ ਕੇ ਜਾਂ ਡੋਜ਼ ਦੂਸਰੀ ਤਰ੍ਹਾਂ ਦੀ ਦੇ ਕੇ ਉਹਨੂੰ ਵਾਪਸ ਲੈ ਕੇ ਆਣਾ ਹੀ ਪਏਗਾ। ਦੂਸਰੀ ਗੱਲ, ਤੁਸੀਂ ਇੱਥੇ ਬਾਰ-ਬਾਰ ਇਹ ਗੱਲ ਹੁੰਦੀ ਵੀ ਰਹੀ ਆ ਔਰ ਤੁਸੀਂ ਦੇਖਿਆ ਐਗਰੀਕਲਚਰ ਮਿਨਿਸਟਰ ਸਾਹਿਬ ਨੇ ਵੀ ਇੱਕ ਵਾਰੀ ਕਿਹਾ ਸੀ ਇਹ ਗੱਲ ਕਿ ਜੇ ਪੰਜਾਬ ਦੇ ਵਿੱਚ ਵੀ ਅਫੀਮ ਦੀ ਖੇਤੀ ਨੂੰ ਮਾਨਤਾ ਦਿੰਦੀ ਹੈ ਸਰਕਾਰ ਤਾਂ ਅਸੀਂ ਇਹਦੇ ਲਈ ਤਿਆਰ ਹਾਂ। ਉਦੋਂ ਉਹਨਾਂ ਦੀ ਥੋੜੀ ਜੀ ਉਹ ਵੀ ਹੋਈ ਸੀ ਵੀ ਤੁਸੀਂ ਅਫੀਮ ਦੀ ਖੇਤੀ ਹੁਣ ਕਰਵਾਉਣ ਲੱਗੇ ਹੋ ਤੇ ਪਰ ਚਲੋ ਇਹ ਲੋਕਾਂ ਦੀ ਗੱਲ ਹੈ ਔਰ ਸਰਕਾਰਾਂ ਇਸ ਤੇ ਕੀ ਫੈਸਲਾ ਲੈਂਦੀਆਂ ਨੇ ਇਹ ਤਾਂ ਬਾਅਦ ਹੀ ਹੈ। ਲੇਕਿਨ ਜਿਹੜੀ ਤੁਸੀਂ ਕ੍ਰੌਪ ਇੰਸ਼ੋਰੈਂਸ ਦੀ ਗੱਲ ਕੀਤੀ, ਦੇਖੋ ਇਹ ਬਹੁਤ ਇੰਪੋਰਟੈਂਟ ਹੈ ਪੰਜਾਬ ਵਾਸਤੇ। ਉਹ ਇਸ ਲਿਹਾਜ਼ ਨਾਲ ਬੜੀ ਇੰਪੋਰਟੈਂਟ ਹੈ ਕਿ ਪਿਛਲੇ 3, ਮੈਂ ਉਸ ਦਿਨ ਵੀ ਇਸ ਪ੍ਰੋਗਰਾਮ 'ਚ ਕਿਹਾ ਸੀਗਾ ਕਿ 3 ਫਸਲਾਂ ਲਗਾਤਾਰ ਬਰਬਾਦ ਹੋ ਗਈਆਂ, ਜਿਹੜੀਆਂ ਇੱਕ ਪੈਡੀ ਦੀ ਤੇ 2 ਵੀਟ ਦੀਆਂ ਔਰ 2 ਲਗਾਤਾਰ ਕਾਟਨ ਦੀਆਂ ਵੀ ਖਰਾਬ ਹੋ ਗਈਆਂ। ਅਸੀਂ ਜਿਹੜੇ ਕ੍ਰੌਪ ਇੰਸ਼ੋਰੈਂਸ ਨੂੰ ਜਦੋਂ 2016 ਦੇ ਵਿੱਚ ਰੱਦ ਕਰਤਾ ਸੀ ਕਿ ਸਾਨੂੰ ਇਹ ਮਨਜ਼ੂਰ ਨਹੀਂ, ਉਦੋਂ ਇਹੀ ਕਿਹਾ ਸੀ ਕਿ ਇਹਦੇ ਵਿੱਚ ਬਹੁਤ ਸਾਰੀਆਂ ਮਦਾਂ ਇਦਾਂ ਦੀਆਂ ਨੇ ਜੋ ਸਾਨੂੰ ਸੂਟ ਨਹੀਂ ਕਰਦੀਆਂ। ਸਾਡੇ ਪੰਜਾਬ ਦਾ ਟੋਟਲ ਜਿਹੜਾ ਡੈਮੇਜ ਹੈਗਾ ਉਹ 7% ਹੈ ਔਰ ਇਹਨਾਂ ਨੇ ਜਿਹੜਾ ਕੰਪਨੀਆਂ ਨੇ ਕੀਤਾ ਹੈਗਾ, ਉਹਨਾਂ ਨੇ ਕਿਹਾ ਵੀ ਜੇ ਬਲਾਕ ਦੇ ਵਿੱਚ 10% ਫਸਲ ਬਰਬਾਦ ਨਹੀਂ ਹੋਊਗੀ ਤਾਂ ਤੁਹਾਨੂੰ ਕ੍ਰੌਪ ਇੰਸ਼ੋਰੈਂਸ ਨਹੀਂ ਮਿਲੇਗੀ। ਹੁਣ ਸਰਕਾਰ ਇਹਦੇ 'ਚ ਥੋੜਾ ਜਿਹਾ ਅਮੈਂਡਮੈਂਟ ਕਰ ਰਹੀ ਹੈ, ਗਵਰਨਮੈਂਟ ਆਫ ਇੰਡੀਆ ਵੀ ਇਹਦੇ 'ਚ ਕਰ ਰਹੀ ਹੈ ਕਿ ਇਹਨੂੰ ਬਲਾਕ ਦੀ ਬਜਾਏ ਪਿੰਡ ਦਾ ਪੱਧਰ ਕੀਤਾ ਜਾਏ। ਪਰ ਮੇਰਾ ਸਵਾਲ ਫਿਰ ਵੀ ਉੱਥੇ ਹੀ ਹੈ ਕਿ ਜਦੋਂ ਕੋਈ ਵੀ ਵਿਅਕਤੀ ਪਰ ਏਕੜ ਦੇ ਹਿਸਾਬ ਨਾਲ ਆਪਣੀ ਕ੍ਰੌਪ ਦਾ ਪ੍ਰੀਮੀਅਮ ਦਿੰਦਾ ਹੈ, ਫਿਰ ਉਹਦਾ ਡੈਮੇਜ ਵੀ ਉਹਨੂੰ ਪਰ ਏਕੜ ਦੇ ਹਿਸਾਬ ਨਾਲ ਦਿੱਤਾ ਜਾਏ ਔਰ ਮਾਪਦੰਡ ਵੀ ਉਹਦਾ ਪਰ ਏਕੜ ਦੇ ਹਿਸਾਬ ਨਾਲ ਹੀ ਹੋਣਾ ਚਾਹੀਦਾ, ਨਾ ਕਿ ਤੁਸੀਂ ਪੂਰੇ ਪਿੰਡ ਦਾ ਮਾਪੋ ਫਿਰ ਉਹਨੂੰ ਉਹਦੇ ਏਕੜ ਦੇ ਹਿਸਾਬ ਨਾਲ ਉਹਨੂੰ ਪੇਮੈਂਟ ਦਿਓ। ਇਹ ਠੀਕ ਨਹੀਂ ਹੈ ਕਿਉਂਕਿ ਆਮ ਤੌਰ ਤੇ ਜਦੋਂ ਸਾਉਣੀ 'ਚ ਤੁਸੀਂ ਦੇਖਿਆ ਹੋਣਾ ਉਹਦੇ ਵਿੱਚ ਬਹੁਤ ਵਾਰੀ ਕਈ ਵਾਰ ਵੱਟ ਨਾਲ ਵੱਟ ਮੀਂਹ ਛੱਡ ਜਾਂਦਾ ਤਾਂ ਇਹ ਡੈਮੇਜ ਵੀ ਇਸੇ ਤਰ੍ਹਾਂ ਹੀ ਹੁੰਦੇ ਨੇ। ਤੁਸੀਂ ਦੇਖੋ ਕਿਸੇ ਖੇਤ 'ਚ ਬਹੁਤ ਜ਼ਿਆਦਾ ਡੈਮੇਜ ਹੋਇਆ ਹੁੰਦਾ, ਕਿਸੇ ਖੇਤ 'ਚ ਬਿਲਕੁਲ ਨਹੀਂ ਹੋ ਜਾਂਦਾ। ਉਦੋਂ ਅਗਰ ਉਹ 10% ਨਹੀਂ ਆਈ ਤਾਂ ਤੁਹਾਡੀ ਜਿਹੜਾ ਪ੍ਰੀਮੀਅਮ ਦਿੱਤਾ ਹੋਇਆ ਵੀ ਹੈਗਾ ਸਾਲ ਦਾ ਉਹ ਬਰਬਾਦ ਹੀ ਹੋ ਜਾਂਦਾ ਔਰ ਤੁਹਾਡਾ ਨੁਕਸਾਨ ਅਲੱਗ ਤੋਂ ਹੋ ਜਾਂਦਾ। ਸੋ ਇਹ ਹੈ ਵੀ ਉਦੋਂ ਵੀ ਇਹ ਗੱਲ ਚੱਲੀ ਸੀ ਕੈਪਟਨ ਸਾਹਿਬ ਵੇਲੇ ਕਿ ਅਸੀਂ ਆਪਣੀ ਕਿਉਂ ਨਹੀਂ ਇੰਸ਼ੋਰੈਂਸ ਪਾਲਿਸੀ ਲਿਆਂਦੇ, ਪਰ ਉਹਦੇ ਲਈ ਪਤਾ ਨਹੀਂ ਗੱਲ ਅੱਗੇ ਚੱਲੀ ਨਹੀਂ। ਤਿਆਰੀਆਂ ਪੂਰੀਆਂ ਹੋ ਗਈਆਂ ਸੀ, ਕੰਪਨੀਆਂ ਵੀ ਉਹ ਕਰ ਲਈਆਂ ਸੀਗੀਆਂ ਕਿ ਅਸੀਂ ਆਪਣੀ ਕੰਪਨੀ ਬਣਾਵਾਂਗੇ। ਕੋਆਪਰੇਟਿਵ ਡਿਪਾਰਟਮੈਂਟ ਨਾਲ ਵੀ ਗੱਲ ਹੋ ਗਈ ਸੀ ਕਿ ਪ੍ਰੀਮੀਅਮ ਉਹਨਾਂ ਨੂੰ ਜਮ੍ਹਾਂ ਕਰਾਇਆ ਜਾਏਗਾ, ਉਹ ਕੁਝ ਬਣਾ ਲੈਣ, ਪਰ ਇਹ ਗੱਲ ਅੱਗੇ ਚੱਲੀ ਨਹੀਂ। ਮੈਨੂੰ ਲੱਗਦਾ ਕਿ ਗਵਰਨਮੈਂਟ ਨੂੰ ਉਹ ਪੰਜਾਬ ਅਗਰ ਆਪਣੇ ਕਿਸਾਨਾਂ ਪ੍ਰਤੀ ਸੁਹਿਰਦ ਹੈ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣੀ ਕ੍ਰੌਪ ਇੰਸ਼ੋਰੈਂਸ ਚਲਾਣੀ ਚਾਹੀਦੀ ਹੈ, ਨਾ ਕਿ ਗਵਰਨਮੈਂਟ ਆਫ ਇੰਡੀਆ ਲਈ। ਇਹ ਸੂਟ ਨਹੀਂ ਕਰੇਗੀ ਪੰਜਾਬ ਨੂੰ। ਇੰਦਰਪ੍ਰੀਤ ਜੀ, ਇਹ ਆਮ ਤੌਰ ਤੇ ਹੀ ਹੁੰਦਾ ਹੈ ਕਿ ਜਦੋਂ ਕੋਈ ਫਸਲ ਨੁਕਸਾਨੀ ਜਾਂਦੀ ਉਹਦੀ ਸਪੈਸ਼ਲ ਗਿਰਦਾਵਰੀ ਕਰਾ ਕੇ ਤੇ ਫਿਰ ਰਾਹਤ ਤਾਂ ਦਿੱਤੀ ਜਾਂਦੀ, ਮੁਆਵਜ਼ਾ, ਜਾਂ ਸਾਡੇ ਪਿੰਡਾਂ 'ਚ ਤੈਨੂੰ ਖਰਾਬਾ ਕਹਿੰਦੇ ਆ ਵੀ ਇਹ ਮੁਆਵਜ਼ਾ ਦੇਣਾ ਹੀ ਪੈਂਦਾ ਸਰਕਾਰਾਂ ਨੂੰ। ਤੇ ਜੇ ਸਰਕਾਰਾਂ ਆਪਣੇ ਕੋਆਪਰੇਟਿਵ ਸਿਸਟਮ ਦੇ ਵਿੱਚ ਕ੍ਰੌਪ ਇੰਸ਼ੋਰੈਂਸ ਨੂੰ ਅਡਾਪਟ ਕਰ ਲੈਣ ਤੇ ਉਹ ਦੋਨੇ ਪਹਿਲੂਆਂ ਤੋਂ ਬੜਾ ਫਾਇਦੇਮੰਦ ਰਹੇਗਾ, ਕਿਉਂਕਿ ਸਰਕਾਰਾਂ ਨੂੰ ਭਰਪਾਈ ਤਾਂ ਕਰਨੀ ਪੈਂਦੀ। ਹਾਂ, ਤੁਸੀਂ ਇਹ ਫੈਸਲਾ ਕਰ ਸਕਦੇ ਹੋ ਕਿ ਤੁਸੀਂ ਪੈਸੇ ਮੈਕਸਿਮਮ ਕਿੰਨੇ ਦੇਣੇ ਆ। ਹੋ ਸਕਦਾ ਕਿ ਤੁਸੀਂ ਇਹਦੀ ਸੀਮਾ 10,000 ਪ੍ਰਤੀ ਏਕੜ ਜਾਂ 15 ਰੱਖ ਲਓ, ਤੁਸੀਂ ਨਾ ਰੱਖੋ ਕਿ 40,000 ਹੀ ਕਿਸੇ ਕਿਸਾਨ ਨੂੰ ਦੇਣਾ ਹੈ। ਮੇਰੇ ਖਿਆਲ ਕਿਸਾਨ ਨੂੰ ਵੀ ਜੇ ਪੂਰੇ ਨੁਕਸਾਨ ਦੀ ਬਜਾਏ ਕੁਝ ਪੈਸੇ ਵੀ ਮਿਲ ਜਾਣ ਤੇ ਉਹ ਖੁਦਕੁਸ਼ੀ ਵਾਲੇ ਪਾਸੇ ਗੱਲ ਘਟ ਜਾਂਦੀ ਹੈ। ਭਾਸਕਰ ਸਾਹਿਬ, ਆਖਰੀ ਖਬਰ, ਜਿਵੇਂ ਤੁਹਾਡੀ ਇੱਛਾ ਇਹਨਾਂ ਦੋਵਾਂ ਚੋਂ
ਜਾਂ ਤੀਜੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਲੈ ਕੇ CEC ਨੂੰ ਲੈ ਕੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਇਹ ਕਿੰਨੀ ਕੁ ਸਿਰਦਰਦੀ ਪੈਦਾ ਕਰੂਗਾ ਸਰਕਾਰ ਲਈ? ਸਭ ਤੋਂ ਪਹਿਲੇ ਤੇ ਇੰਸ਼ੋਰੈਂਸ ਜਿਹੜੀ ਸਕੀਮ ਹੈਗੀ ਹੈ, ਜਿਹੜੀ ਐਤਕੀ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ, ਉਹਦੇ ਵਿੱਚ ਕਹਿੰਦੇ ਨੇ ਕਿ ਸਰਕਾਰ ਇਸ ਇੰਸ਼ੋਰੈਂਸ ਕ੍ਰੌਪ ਇੰਸ਼ੋਰੈਂਸ ਸਕੀਮ ਦੇ ਉੱਤੇ ਅੱਗੇ ਵੱਧਦੀ ਨਜ਼ਰ ਆਏਗੀ। ਇਹ ਸਕੀਮ ਨੂੰ 2016 ਦੇ ਵਿੱਚ ਜਦ ਕੇਂਦਰ ਸਰਕਾਰ ਨੇ ਲਾਂਚ ਕੀਤਾ ਸੀ ਤੇ ਪੰਜਾਬ ਹੀ ਇੱਕ ਇਸ ਤਰ੍ਹਾਂ ਦਾ ਸੂਬਾ ਸੀ ਜਿਹਨੇ ਇਸ ਨੂੰ ਰਿਜੈਕਟ ਕੀਤਾ ਸੀਗਾ। ਤਦ ਤੋਂ ਲੈ ਕੇ ਅੱਜ ਤੱਕ ਇਸ ਸਕੀਮ ਦੇ ਵਿੱਚ ਕੋਈ ਬਹੁਤੀ ਸ਼ੋਧਾ ਨਹੀਂ ਕੀਤੀ ਗਈ। ਹੁਣ ਸੂਬੇ ਦੀ ਸਰਕਾਰ ਇਸ ਮੁੱਦੇ ਤੇ ਅੱਗੇ ਕਿਉਂ ਵਧ ਰਹੀ ਹੈ? ਪਹਿਲੇ ਵਾਲੇ ਆਬਜੈਕਸ਼ਨ ਨੂੰ ਦੂਰ ਕਰ ਲਿਆ ਗਿਆ, ਇਹ ਹਜੇ ਤੱਕ ਸਾਫ਼ ਨਹੀਂ ਹੋਇਆ। ਪਰ ਹਾਂ, ਇਹ ਗੱਲ ਸਾਫ਼ ਹੋਈ ਕਿ ਸੂਬਾ 500 ਕਰੋੜ ਤੇ ਕੇਂਦਰ 500 ਕਰੋੜ ਤੇ 200 ਕਰੋੜ ਕਿਸਾਨਾਂ ਦਾ ਜਿਹੜਾ ਕੰਟਰੀਬਿਊਸ਼ਨ ਹੈ ਇਸ ਸਕੀਮ ਦੇ ਵਿੱਚ ਜਾਏਗਾ। ਔਰ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ VK ਜੰਜੂਆ ਉਹਨਾਂ ਦੇ ਹਿਸਾਬ ਨਾਲ ਕਿ ਵਿਲੇਜ ਲੈਵਲ ਦੇ ਇੱਕ ਯੂਨਿਟ ਨੂੰ, ਇੱਕ ਪਿੰਡ ਨੂੰ ਇੱਕ ਯੂਨਿਟ ਮੰਨਿਆ ਜਾਏ। ਹਜੇ ਤੱਕ ਬਲਾਕ ਲੈਵਲ ਤੇ 10-12 ਪਿੰਡਾਂ ਨੂੰ ਇੱਕ ਯੂਨਿਟ ਮੰਨਿਆ ਜਾਂਦਾ ਸੀਗਾ ਪੁਰਾਣੀ ਸਕੀਮ ਦੇ ਵਿੱਚ। ਔਰ ਉਹਦੇ ਵਿੱਚ ਜਦ ਤੱਕ 10% ਤੱਕ ਦਾ ਲਾਸ ਨਹੀਂ ਹੁੰਦਾ ਸੀਗਾ ਤਦ ਤੱਕ ਕਿਸੇ ਨੂੰ ਵੀ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਸੀ। ਲੱਗਦਾ ਹੈ ਕਿ ਕੁਝ ਅਮੈਂਡਮੈਂਟਸ ਇਸ ਸਕੀਮ ਦੇ ਵਿੱਚ ਕੀਤੀਆਂ ਤਾਂ ਹੀ ਸੂਬੇ ਦੀ ਸਰਕਾਰ ਅੱਗੇ ਵਧ ਰਹੀ ਹੈ। ਹੁਣ ਗੱਲ ਕਰੀਏ ਸੁਪਰੀਮ ਕੋਰਟ ਦੇ ਉਸ ਆਰਡਰ ਦੀ, ਜਿਹਦੇ ਵਿੱਚ ਕੱਲ ਇਲੈਕਸ਼ਨ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ ਕਿੱਦਾਂ ਲੱਗੇਗਾ ਉਹਦੇ ਵਾਸਤੇ ਇੱਕ ਨਵਾਂ ਕੋਲੀਜੀਅਮ ਬਣਾਤਾ। ਕੋਲੀਜੀਅਮ ਦੇ ਵਿੱਚ ਪ੍ਰਾਈਮ ਮਿਨਿਸਟਰ ਤੋਂ ਇਲਾਵਾ ਲੀਡਰ ਆਫ ਆਪੋਜੀਸ਼ਨ ਤੇ ਚੀਫ ਜਸਟਿਸ ਆਫ ਇੰਡੀਆ ਹੋਣਗੇ। ਇਹ ਤਦ ਤੱਕ ਜਦ ਤੱਕ ਕਿ ਪਾਰਲੀਮੈਂਟ ਇਸ ਮੁੱਦੇ ਦੇ ਉੱਤੇ ਕੋਈ ਕਾਨੂੰਨ ਨਹੀਂ ਬਣਾਉਂਦੇ। ਹੁਣ ਇਸ ਗੱਲ ਦੀ ਲੋੜ ਕਿਉਂ ਪਈ? ਭਾਵੇਂ ਗੁਜਰਾਤ ਦੇ ਇਲੈਕਸ਼ਨ ਹੋਣ, ਭਾਵੇਂ ਹਿਮਾਚਲ ਦੇ ਇਲੈਕਸ਼ਨ ਹੋਣ, ਜਾਂ ਫਿਰ ਪਿਛਲੇ 7-8 ਸਾਲਾਂ ਦੇ ਵਿੱਚ ਜਿੱਥੇ ਇਲੈਕਸ਼ਨ ਹੋਏ ਨੇ, ਉਹਦੇ ਵਿੱਚ ਆਰੋਪ ਹਮੇਸ਼ਾ ਲੱਗਦੇ ਸੀ ਕਿ ਰੂਲਿੰਗ ਪਾਰਟੀ, ਖਾਸ ਕਰਕੇ ਸਰਕਾਰ ਦੇ ਪੱਖ ਦੇ ਵਿੱਚ ਇਲੈਕਸ਼ਨ ਕਮਿਸ਼ਨ ਭੁਗਤਦਾ ਹੋਇਆ ਨਜ਼ਰ ਆਉਂਦਾ ਸੀਗਾ। ਪ੍ਰਧਾਨ ਮੰਤਰੀ ਕਿਸੇ ਸੂਬੇ ਦੇ ਵਿੱਚ ਜਦ ਤੱਕ ਰੈਲੀ ਨਹੀਂ ਕਰ ਲੈਂਦੇ ਸੀਗੇ, ਜਦ ਤੱਕ ਕੋਈ ਪੈਕੇਜ ਨਹੀਂ ਅਨਾਉਂਸ ਕਰ ਲੈਂਦੇ ਸੀ, ਤਦ ਤੱਕ ਉਸ ਸੂਬੇ ਦੇ ਵਿੱਚ ਇਲੈਕਸ਼ਨ ਅਨਾਉਂਸ ਨਹੀਂ ਹੁੰਦਾ ਸੀਗਾ। ਔਰ ਪਿਛਲੇ ਜਦ ਇਲੈਕਸ਼ਨ ਹੋਏ ਸੀ, ਹਿਮਾਚਲ ਇਲੈਕਸ਼ਨ ਦੀ ਅਨਾਉਂਸਮੈਂਟ ਔਰ ਗੁਜਰਾਤ ਦੀ ਇਲੈਕਸ਼ਨ ਦੇ ਵਿੱਚ ਇੰਨਾ ਅੰਤਰ ਕਿਉਂ ਸੀ? ਇਹਨਾਂ ਸਵਾਲਾਂ ਦੇ ਵਿੱਚ ਵੀ ਇਲੈਕਸ਼ਨ ਕਮਿਸ਼ਨ ਘਿਰਦਾ ਹੋਇਆ ਨਜ਼ਰ ਆਉਂਦਾ ਸੀਗਾ। ਉਹਨਾਂ ਸਾਰੀ ਗੱਲਾਂ ਦੇ ਉੱਤੇ ਹੁਣ ਸੁਪਰੀਮ ਕੋਰਟ ਨੇ ਇੱਕ ਤਰੀਕੇ ਨਾਲ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਕੋਲੀਜੀਅਮ ਬਣ ਗਿਆ। ਅੱਗੇ ਚੱਲ ਕੇ ਆਪੋਜੀਸ਼ਨ ਪਾਰਟੀਆਂ ਨੇ ਇਸ ਗੱਲ ਨੂੰ ਵੈਲਕਮ ਕੀਤਾ ਹੈ। ਸਰਕਾਰ ਦਾ ਇਸ ਮੁੱਦੇ ਦੇ ਉੱਤੇ ਹਜੇ ਤੱਕ ਕੋਈ ਬਿਆਨ ਨਹੀਂ ਆਇਆ, ਲੇਕਿਨ ਖੜਗੇ ਸਾਹਿਬ ਜਿਹੜੇ ਕਾਂਗਰਸ ਦੇ ਹੁਣ ਮੁਖੀ ਨੇ, ਉਹਨਾਂ ਨੇ ਕਿਹਾ ਕਿ ਵੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਕਿਉਂਕਿ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਹਵਾਲਾ ਦਿੱਤਾ ਕਿ CBI ਦੇ ਵੀ ਚੀਫ ਨੂੰ ਨਿਯੁਕਤ ਕਰਨ ਵਾਸਤੇ ਇਦਾਂ ਦਾ ਕੋਲੀਜੀਅਮ ਪਹਿਲੇ ਬਣਾਇਆ ਗਿਆ ਸੀ, ਪਰ ਕੇਂਦਰ ਸਰਕਾਰ ਨੇ ਕਦੀ ਵੀ ਉਸ ਗੱਲ ਦੀ ਪਰਵਾਹ ਨਹੀਂ ਕੀਤੀ। ਈਵਨ ਗਵਰਨਰ ਸਾਹਿਬ ਦੀ ਨਿਯੁਕਤੀ ਦੇ ਵਾਸਤੇ ਵੀ ਇਹ ਗੱਲ ਪਹਿਲੇ ਚੱਲੀ ਸੀਗੀ ਕਿ ਲੀਡਰ ਜਾਂ ਉਸ ਸੂਬੇ ਦੀ ਸਰਕਾਰ ਜਿੱਥੇ ਗਵਰਨਰ ਲਾਣਾ ਹੈ, ਉਹਦੀ ਕੰਸਲਟੇਸ਼ਨ, ਉਹਦਾ ਕੌਨਫੀਡੈਂਸ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਕਿੱਥੇ ਹੁੰਦਾ ਹੈ? ਜਿਹੜੇ ਲਾਣੇ ਆ ਉਹ ਲਾ ਹੀ ਦਿੰਦੇ ਹੁੰਦੇ ਆ ਕਿ ਐਦਾਂ ਹੀ ਹੁਣ ਅੱਗੇ ਚੱਲੂਗਾ, ਕਿਉਂਕਿ ਸਰਕਾਰ ਦਾ ਕੋਈ ਬਿਆਨ ਨਾ ਆਣਾ ਔਰ ਆਪੋਜੀਸ਼ਨ ਦਾ ਵੀ ਇਹਨੂੰ ਕੋਈ ਵੱਡਾ ਹੁੰਗਾਰਾ ਨਾ ਦੇਣਾ। ਹੁੰਗਾਰਾ ਇਨ ਦਾ ਸੈਂਸ ਕਿ ਵੀ ਖੜਗੇ ਸਾਹਿਬ ਜਦ ਇਹ ਕਹਿੰਦੇ ਨੇ ਨਾ ਕਿ CBI ਦੇ ਵਾਸਤੇ ਵੀ ਤੇ ਏਦਾਂ ਦਾ ਕੋਲੀਜੀਅਮ ਬਣਿਆ ਹੀ ਹੋਇਆ, ਪਰ ਕਿੱਥੇ ਹੁੰਦੀਆਂ ਉਹ ਗੱਲਾਂ? ਪਰ ਇਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦਾ ਇਹ ਡਿਸੀਜਨ 5 ਜੱਜਸ ਦਾ ਬੈਂਚ ਸੀਗਾ ਔਰ ਜਸਟਿਸ KM ਜੋਸੈਫ ਇਹਦੇ ਹੈਡ ਸੀਗੇ। ਇਹ ਇੱਕ ਵੱਡਾ ਹੁੰਗਾਰਾ ਲੋਕਾਂ ਦੀ ਤਰਫੋਂ ਜ਼ਰੂਰ ਮਿਲਿਆ। ਹਜੇ ਪੋਲੀਟੀਕਲ ਪਾਰਟੀਆਂ ਨੂੰ ਕਿੰਨਾ ਕੁ ਫਾਇਦਾ ਹੁੰਦਾ, ਕਿਉਂਕਿ EVM ਦੇ ਉੱਤੇ ਵੀ ਕਈ ਵਾਰ ਸਵਾਲ ਉੱਠਦੇ ਨੇ, ਸਵਾਲ ਉੱਠਦੇ ਵੀ ਨੇ ਤੇ ਬੈਠ ਵੀ ਜਾਂਦੇ ਨੇ। ਉਸ ਗੱਲ ਦੇ ਉੱਤੇ ਨਾ ਤੇ ਇਲੈਕਸ਼ਨ ਕਮਿਸ਼ਨ ਅੱਗੇ ਵੱਧਦਾ ਨਜ਼ਰ ਆਉਂਦਾ ਹੈ, ਨਾ ਹੀ ਆਪੋਜੀਸ਼ਨ ਪਾਰਟੀ ਕਿਸੇ ਨਤੀਜੇ ਤੱਕ ਪਹੁੰਚ ਪਾਉਂਦੀ ਹੈ। ਚਲੋ, ਇਹ ਇੱਕ ਸੁਪਰੀਮ ਕੋਰਟ ਦੀ ਪਹਿਲ ਨੂੰ ਅਸੀਂ ਵੀ ਵੈਲਕਮ ਕਰਦੇ ਹਾਂ। ਔਰ ਸੁਪਰੀਮ ਕੋਰਟ ਦੇ ਹੀ ਕੱਲ ਇੱਕ ਦੂਜੇ ਮਾਮਲੇ ਦੇ ਵਿੱਚ ਵੀ ਇੱਕ ਪਹਿਲ ਹੋਈ ਹੈ। ਉਹਦੇ ਵਿੱਚ ਜਦ ਹਿੰਡਨਬਰਗ ਦੀ ਰਿਪੋਰਟ ਸੀਗੀ ਅਡਾਨੀ ਉਹਨਾਂ ਦੇ ਮਾਮਲੇ ਦੇ ਵਿੱਚ, ਉਹਨਾਂ ਨੇ ਵੀ ਆਪਣਾ ਇੱਕ 6 ਮੈਂਬਰੀ ਪੈਨਲ ਬਣਾ ਦਿੱਤਾ ਹੈ। ਉਹ ਹੁਣ ਨਿੱਠ ਕੇ ਜਾਂਚ ਕਰੇਗਾ ਕਿ ਹਿੰਡਨਬਰਗ ਦੀ ਰਿਪੋਰਟ ਦੇ ਵਿੱਚ ਅਡਾਨੀ ਉਹਨਾਂ ਦੇ ਗਰੁੱਪ ਦੇ ਉੱਤੇ ਜਿੰਨੇ ਕੁ ਇਲਜ਼ਾਮ ਲੱਗੇ ਸੀਗੇ, ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਸੱਚ ਕੀ ਝੂਠ, ਉਹਦੀ ਇਨਵੈਸਟੀਗੇਸ਼ਨ ਹੁਣ ਅੱਗੇ ਤੁਰੇਗੀ। ਹਾਲਾਂਕਿ ਅਡਾਨੀ ਉਹਨਾਂ ਨੇ ਵੀ ਇਸ ਪੈਨਲ ਦਾ ਵੈਲਕਮ ਕੀਤਾ, ਕਹਿੰਦੇ ਜੀ ਬੜੀ ਚੰਗੀ ਗੱਲ ਹੈਗੀ ਹੈ ਸੁਪਰੀਮ ਕੋਰਟ ਨੇ ਇਹ ਪੈਨਲ ਬਣਾਇਆ, ਹੁਣ ਅਸੀਂ ਸਹੀ ਤਰੀਕੇ ਨਾਲ ਲੌਜੀਕਲ ਕੰਕਲੂਜਨ ਤੇ ਇਨਵੈਸਟੀਗੇਸ਼ਨ ਦੇ ਵਿੱਚ ਪਹੁੰਚਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।